ਕਿਸਾਨਾਂ ਤੱਕ ਪਹੁੰਚ ਕਰਨ ਲਈ, ਉੱਥੋਂ ਤੱਕ ਜਾਣ ਲਈ, ਆਪਣੇ ਸਮਾਨ ਨੂੰ ਵੇਚਣ ਵਾਸਤੇ ਸ਼ੁਰੂਆਤ ਤੋਂ ਤੁਹਾਨੂੰ ਕਿਵੇਂ ਕਰਨੀ ਪਈ, ਕਿਵੇਂ ਪਹੁੰਚੇ ਉੱਥੋਂ ਤੱਕ? ਕਹਿਣ ਲੱਗੇ ਤੂੰ ਨਰਸਰੀ ਕਿਵੇਂ ਵੇਚਦਾ? ਮੈਂ ਕਿਹਾ ਸਰ ਜੀ ਮੈਂ ਨਰਸਰੀ ਉਗਾਤਾ ਲਈ, ਪਰ ਮੈਨੂੰ ਵੇਚਣੀ ਨਹੀਂ ਆਉਂਦੀ। ਉਹ ਕਹਿੰਦੇ ਇੱਦਾਂ ਘਰ ਬੈਠੇ ਤੇ ਵਿਕਣੀ ਤੋਂ ਬਾਹਰ ਨਿਕਲ, ਪਹਿਲਾਂ ਕੋਈ ਉਂਗਲੀ ਫੜਾਉਂਦਾ ਤੇ ਬਾਂਹ ਤੁਹਾਨੂੰ ਆਪ ਹੀ ਫੜਨੀ ਪੈਂਦੀ ਹੈ ਜੀ। ਸਾਰੇ ਫਾਰਮਰ ਡਿਵਰਸੀਫਿਕੇਸ਼ਨ ਵੱਲ ਨੂੰ ਆਉਣਾ ਚਾਹੁੰਦੇ ਨੇ, ਸਾਰੇ ਜਾਣਦੇ ਨੇ, ਇੱਦਾਂ ਦੀ ਕੋਈ ਗੱਲ ਨਹੀਂ ਫਾਰਮਰ ਅਣਜਾਣ ਹੈ, ਫਾਰਮਰ ਨੂੰ ਸਾਰਾ ਕੁਝ ਪਤਾ ਹੈ। ਪਰ ਜਦੋਂ ਡਿਵਰਸੀਫਿਕੇਸ਼ਨ ਵੱਲ ਨੂੰ ਆਉਂਦੇ ਨੇ ਤਦ ਉਹਨਾਂ ਨੇ ਕੋਈ ਵੀ ਪ੍ਰੋਡਕਟ ਪੈਦਾ ਕਰ, ਉਹਦੀ ਫਸਲ ਪੈਦਾ ਕਰ ਲਈ, ਪ੍ਰੋਡਕਟ ਪੈਦਾ ਕਰ ਲਿਆ, ਉਹਦੀ ਮਾਰਕੀਟਿੰਗ 'ਤੇ ਆ ਕੇ ਕੰਮ ਫਸ ਜਾਂਦਾ, ਕਿਉਂਕਿ ਸਰਕਾਰ ਉਹਨਾਂ ਦੀ ਰੌਲਾ ਪਾਉਂਦੀ ਹੈ, ਸਰਕਾਰ ਵੀ ਡਿਵਰਸੀਫਿਕੇਸ਼ਨ ਕਰੋ। ਸਰਕਾਰ ਕਿਸੇ ਵੀ ਫਾਰਮਰ ਦੀ ਬਾਂਹ ਨਹੀਂ ਫੜਦੀ ਡਿਵਰਸੀਫਿਕੇਸ਼ਨ ਭਾਈ। ਦੇਖੋ, ਪੰਜਾਬ ਦੇ ਨੌਜਵਾਨਾਂ ਦੀ ਇੱਕੋ ਹੀ ਖਿੱਚ ਆ ਕਿ ਜੀ ਅਸੀਂ ਫਟਾਫਟ ਆਈਲੈਟਸ ਕਰੀਏ, ਪਾਸਪੋਰਟ ਬਣਾਈਏ ਤੇ ਬਾਹਰ ਚਲੇ ਜਾਈਏ। ਤੇ ਹਾਲਾਂਕਿ ਤੁਹਾਡੇ 2 ਬ੍ਰਦਰ ਗਏ ਵੀ ਹੋਏ ਨੇ, ਤੁਹਾਡਾ ਨਹੀਂ ਦਿਲ ਕਰਦਾ ਕਿ ਮੈਂ ਵੀ ਉੱਥੇ ਜਾ ਵਸਾਂ? ਨਹੀਂ ਜੀ, ਬਿਲਕੁਲ ਨਹੀਂ ਕਰਦਾ। ਹਾਲਾਂਕਿ ਮੈਂ ਉਹਨਾਂ ਨੂੰ ਜ਼ਿਆਦਾ ਰੁਪਏ ਕਮਾ ਲਏ। ਇਸ ਪਰਿਵਾਰ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਵੀ ਜੇ ਆਪਾਂ ਖੇਤੀ ਦੇ ਵਿੱਚ ਆਪਣੀ ਮਿਹਨਤ ਕਰਾਂਗੇ, ਖੇਤੀ ਦੀ ਮੈਨੇਜਮੈਂਟ ਪ੍ਰੋਪਰਲੀ, ਖੇਤੀ ਨੂੰ ਆਪਣਾ ਬਿਜ਼ਨਸ ਲੈ ਕੇ ਚੱਲਾਂਗੇ, ਉਹ ਆਪਾਂ ਨੂੰ ਇਹ ਪ੍ਰੋਫਿਟ ਦੇਣਾ ਹੀ ਦੇਣਾ ਖੇਤੀ। ਪ੍ਰੋਗਰਾਮ ਫਾਰਮ ਹਾਊਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਿਰੜਵਾਲ ਦੇ ਵਿੱਚ ਖੜ੍ਹੇ ਹਾਂ। ਇਹ ਪਿੰਡ ਜਦੋਂ ਅਸੀਂ ਪਟਿਆਲੇ ਤੋਂ ਨਾਭੇ ਤੇ ਨਾਭਾ ਰੋਟੀ ਪੁਲ ਤੋਂ ਜੌੜੇ ਪੁਲ ਨੂੰ ਜਾਂਦੇ ਹਾਂ ਤਾਂ ਇਹ ਪਿੰਡ ਇੱਥੋਂ ਕੋਈ 5-6 ਕਿਲੋਮੀਟਰ 'ਤੇ ਪੈਂਦਾ। ਇਸ ਪਿੰਡ ਦੀ ਖਾਸੀਅਤ ਇਹ ਹੈ ਕਿ ਇੱਥੋਂ ਦੇ ਜੋ ਕਿਸਾਨ ਨੇ ਪੜ੍ਹੇ ਲਿਖੇ ਨੇ ਔਰ ਅਗਾਂਹ ਵਧੂ ਖੇਤੀ ਕਰਦੇ ਆ। ਲੰਮੇ ਸਮੇਂ ਤੋਂ ਬਹੁਤ ਸਾਰੇ ਕਿਸਾਨਾਂ ਨੇ ਇੱਕ ਦੂਜੇ ਨੂੰ ਵੇਖ ਕੇ ਵੀ ਕਈ ਕੰਮ ਇਸ ਤਰ੍ਹਾਂ ਦੇ ਕੀਤੇ ਆ ਕਿ ਜਿਨ੍ਹਾਂ ਦਾ ਨਾਮ ਵਰਣਨਯੋਗ ਹੁੰਦਾ ਹੈ ਕਿ ਉਹਨਾਂ ਨੇ ਇੱਕ ਰਵਾਇਤੀ ਖੇਤੀ ਛੱਡ ਕੇ ਇਹੋ ਜਿਹਾ ਕੰਮ ਕੀਤਾ ਜਿਹਦੇ ਨਾਲ ਉਹ ਇਹ ਕਹਿਣ ਦਾ ਉਹਨਾਂ ਨੂੰ ਮਾਣ ਹਾਸਲ ਹੈ ਕਿ ਖੇਤੀ ਜੋ ਹੈ ਇਸ ਵਕਤ ਉਹ ਲਾਹੇਵੰਦ ਧੰਦਾ ਹੈ। ਕਿਉਂਕਿ ਕਿਹਾ ਜਾਂਦਾ ਹੈ ਕਿ ਖੇਤੀ ਇਸ ਵਕਤ ਬੜਾ ਨੁਕਸਾਨ ਕਰ ਰਹੀ ਹੈ, ਸਾਨੂੰ ਆਮਦਨ ਘੱਟ ਹੋ ਰਹੀ ਹੈ, ਖਰਚੇ ਜ਼ਿਆਦਾ ਹੋ ਰਹੇ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਵਕਤ ਖੇਤੀ ਧੰਦਾ ਇੱਕ ਵੱਡੇ ਸੰਕਟ ਦੇ ਵਿੱਚ ਫਸਿਆ ਹੋਇਆ, ਖਾਸ ਤੌਰ 'ਤੇ ਜੋ ਛੋਟੀ ਕਿਸਾਨੀ ਹੈ। ਪਰ ਜੋ ਕਿਸਾਨ ਲੰਮੇ ਸਮੇਂ ਤੋਂ ਯੂਨੀਵਰਸਿਟੀਆਂ ਨਾਲ, ਜਾਣਕਾਰੀ ਨਾਲ, ਟੈਕਨੋਲੋਜੀ ਨਾਲ ਜੁੜੇ ਆ, ਉਹਨਾਂ ਨੇ ਆਪਣੇ ਲਈ ਰਾਹ ਜੋ ਨਵੇਂ ਬਣਾ ਲਏ ਹੋਏ ਆ। ਉਹ ਜਿਵੇਂ ਕਹਿੰਦੇ ਆ ਕਿ ਪਾਣੀ ਤੇ ਪੜ੍ਹਾਈ ਆਪਣੇ ਰਾਹ ਆਪ ਬਣਾਉਂਦੇ ਆ। ਸੋ ਅੱਜ ਵੀ ਅਸੀਂ ਇਸ ਤਰ੍ਹਾਂ ਦੇ ਹੀ ਇੱਕ ਕਿਸਾਨ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜਿਨ੍ਹਾਂ ਨੇ ਪਾਣੀ ਵਾਂਗ ਆਪਣੇ ਰਾਹ ਬਣਾਏ ਨੇ, ਦੇਹੱਦੇ ਬਣਾਏ ਨੇ ਤੇ ਉਹਨਾਂ ਨੇ ਆਪਣਾ ਨਾਮ ਬਣਾਇਆ। ਉਹ ਨੇ ਸਰਦਾਰ ਹਰਬੰਸ ਸਿੰਘ ਬਿਰੜਵਾਲ, ਜਿਨ੍ਹਾਂ ਦੇ ਫਾਰਮ 'ਤੇ ਅਸੀਂ ਖੜ੍ਹੇ ਹਾਂ। ਉਹਨਾਂ ਨੇ ਅੱਜ ਤੋਂ ਕੋਈ ਤੁਸੀਂ ਕਹਿ ਸਕਦੇ ਹੋ 30-35 ਸਾਲ ਪਹਿਲਾਂ ਕੰਮ ਸ਼ੁਰੂ ਕੀਤਾ ਸੀ। ਹੌਲੀ ਹੌਲੀ ਉਹਨੂੰ ਇਸ ਸਥਿਤੀ 'ਤੇ ਲਿਆਏ ਕਿ ਅੱਜ ਉਹ ਆਲੂ ਦੀ ਖੇਤੀ ਕਰ ਰਹੇ ਨੇ, ਮਿਰਚਾਂ ਦੀ ਪਨੀਰੀ, ਗੰਢਿਆਂ ਦੀ ਪਨੀਰੀ, ਟਮਾਟਰਾਂ ਦੀ ਪਨੀਰੀ, ਸੋ ਬਹੁਤ ਸਾਰੀਆਂ ਪਨੀਰੀਆਂ ਦੇ ਉੱਤੇ ਆ ਕੇ ਉਹਨਾਂ ਨੇ ਆਪਣੇ ਆਪ ਨੂੰ ਨਿਸ਼ਚਿਤ ਕੀਤਾ। ਭਾਵ ਕਿ ਉਹ ਰਵਾਇਤੀ ਖੇਤੀ ਨਾਲੋਂ ਹਟ ਕੇ, ਕਣਕ ਝੋਨੇ ਤੋਂ ਹਟ ਕੇ ਉਹਨਾਂ ਨੇ ਇੱਕ ਨਵਾਂ ਰਾਹ ਚੁਣਿਆ। ਔਰ ਉਹਨਾਂ ਦਾ ਇਹ ਪਨੀਰੀ ਦਾ ਬਿਜ਼ਨਸ ਕਿੰਨਾ ਹੈ, ਕਿਵੇਂ ਕਰਦੇ ਨੇ, ਕਿਹੜੀਆਂ ਉਹਨਾਂ ਦੀਆਂ ਪ੍ਰਾਪਤੀਆਂ ਨੇ, ਕਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ, ਉਹ ਅਸੀਂ ਤੁਹਾਨੂੰ ਉਹਨਾਂ ਦੇ ਨਾਲ ਮਿਲਾਉਂਦੇ ਹਾਂ। ਸਾਡੇ ਨਾਲ
ਹਰਬੰਸ ਸਿੰਘ ਬਿਰੜਵਾਲ ਜੀ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਆ ਸਾਡੇ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਸਰ। ਸੋ ਸਭ ਤੋਂ ਪਹਿਲਾਂ ਤਾਂ ਗਲੋਬਲ ਟੀਵੀ ਦੀ ਟੀਮ ਦਾ ਸਾਡੇ ਫਾਰਮ ਹਾਊਸ ਤੇ ਆਉਣ ਤੇ ਬਹੁਤ ਬਹੁਤ ਨਿੱਘਾ ਸਵਾਗਤ, ਖਾਸ ਕਰਕੇ ਅਮਰਜੀਤ ਸਿੰਘ ਵੜੈਚ ਜੀ ਦਾ ਬਹੁਤ ਬਹੁਤ ਨਿੱਘਾ ਸਵਾਗਤ ਜੀ। ਬਿਰੜਵਾਲ ਸਾਹਿਬ, ਪਹਿਲਾਂ ਤਾਂ ਸਾਨੂੰ ਦੱਸੋ ਵੀ ਇਸ ਵਕਤ ਤੁਹਾਡੀ ਖੇਤੀ ਕਿਸ ਸਥਿਤੀ ਦੇ ਵਿੱਚ ਹੈ, ਕੀ ਕੁਝ ਤੁਸੀਂ ਇਸ ਖੇਤੀ ਦੇ ਵਿੱਚ ਕਰ ਰਹੇ ਹੋ, ਤਾਂ ਕਿ ਫਿਰ ਅਸੀਂ ਗੱਲ ਜਦੋਂ ਕਰਾਂਗੇ ਸ਼ੁਰੂਆਤ ਤੋਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਪਤਾ ਲੱਗ ਸਕੇ ਕਿ ਤੁਸੀਂ ਕਿੱਥੋਂ ਚੱਲੇ ਤੇ ਕਿੱਥੇ ਪਹੁੰਚੇ ਹੋ। ਵੜੈਚ ਸਾਹਿਬ 1980 'ਚ ਮੈਂ ਯੂਨੀਵਰਸਿਟੀ ਪਹਿਲੀ ਵਾਰੀ ਗਿਆ। ਉੱਥੇ ਮੈਂ ਦੇਖਿਆ ਵੀ ਕੁਝ ਕਿਸਾਨ ਬਹੁਤ ਅਗਾਹਾਂ ਵਧੂ ਨੇ। ਉੱਥੇ ਜਾ ਕੇ ਮੈਨੂੰ ਪਤਾ ਲੱਗਿਆ, ਮੈਂ ਉਹਨਾਂ ਦੇ ਫਾਰਮ ਵਿਜ਼ਿਟ ਕੀਤੇ ਅਤੇ ਉੱਥੇ ਦੇ ਸਾਇੰਟਿਸਟਾਂ ਨਾਲ ਗੱਲ ਕੀਤੀ ਸਾਨੂੰ ਕੀ ਕਰਨਾ ਚਾਹੀਦਾ। ਅਤੇ ਉਸ ਟਾਈਮ ਫਿਰ ਸਭ ਤੋਂ ਪਹਿਲਾਂ ਮੈਂ ਆਲੂ ਦੀ ਖੇਤੀ ਸਟਾਰਟ ਕੀਤੀ। ਡਾਕਟਰ ਸਾਹਿਬ, ਅੱਜ ਅਸੀਂ ਆਲੂ ਦੀ ਖੇਤੀ, ਆਲੂ ਦਾ ਬੀਜ ਅਤੇ ਨਾਲ ਸਬਜ਼ੀਆਂ ਦੀਆਂ ਨਰਸਰੀਆਂ, ਜਿਨ੍ਹਾਂ ਵਿੱਚ ਖਾਸ ਕਰਕੇ ਪਿਆਜ਼ ਦੀ ਅਤੇ ਚਿੱਲੀ ਨਰਸਰੀ, ਮਿਰਚਾਂ ਦੇ ਹਾਈਬ੍ਰਿਡ ਬੀਜ ਦੀ ਨਰਸਰੀ ਅਸੀਂ ਬੀਜਦੇ ਹਾਂ ਅਤੇ ਉਹ 3 ਸਟੇਟਾਂ ਦੇ ਵਿੱਚ ਅਸੀਂ ਉਹਨੂੰ ਸੇਲ ਕਰਦੇ ਹਾਂ। ਉਹਦੇ ਵਿੱਚ 5-6 ਵਰਾਇਟੀਆਂ ਬੀਜੀਆਂ ਜਾਂਦੀਆਂ ਨੇ, ਜਿਵੇਂ CH27, ਸੋਲਜਰ, ਸਹਿਬਾਂ, 592 BRN ਕੰਪਨੀ ਦੀਆਂ ਨੇ, ਅਤੇ ਨਾਲ ਹੋਰ ਕੁਝ ਟਰਾਇਲਸ ਬੇਸਿਸ 'ਤੇ 2 ਕਿਲੋ 2 ਕਿਲੋ ਬੀਜ ਹੋਰ ਬੀਜੇ ਜਾਂਦੇ ਨੇ। ਇਹ ਅਸੀਂ ਟੋਟਲ ਮਿਲਾ ਕੇ 65 ਕਿਲੋ ਬੀਜ ਮਿਰਚਾਂ ਦਾ ਬੀਜਿਆ, 30 ਕਿਲੋ ਬੀਜ ਪਿਆਜ਼ ਦਾ ਬੀਜਿਆ, ਅਤੇ ਇਹਨਾਂ ਦੇ ਸਪੋਰਟਰ ਨਾਲ ਬੈਂਗਣ, ਟਮਾਟਰ, ਸ਼ਿਮਲਾ ਮਿਰਚ, ਉਹ ਨਰਸਰੀਆਂ ਵੀ ਨਾਲ ਨਾਲ ਹੈਗੀਆਂ ਨੇ ਜੀ। ਇਹ ਬਿਰੜਵਾਲ ਸਾਹਿਬ ਕਿਹੜੀਆਂ ਸਟੇਟਾਂ 'ਚ ਜਾ ਰਿਹਾ ਔਰ ਕਿੰਨੇ ਕੁ ਫਸਲ ਦੀ ਉਪਜ ਦੇ ਲਈ ਤੁਸੀਂ ਪਨੀਰੀਆਂ ਬੀਜੀਆਂ ਨੇ? ਇਹ ਸਾਡਾ ਐਸਟੀਮੇਟਲੀ 900 ਏਕੜ ਦੀ ਨਰਸਰੀ ਸਾਡੀ ਹੋ ਜੂਗੀ ਮਿਰਚਾਂ ਦੀ ਜੀ, ਅਤੇ 40-50 ਕਿੱਲਿਆਂ 40 ਕੁ ਕਿੱਲਿਆਂ ਦੀ ਨਰਸਰੀ ਦੇ 40 ਤੋਂ ਜ਼ਿਆਦਾ ਹੋ ਜਾਣਗੇ, 20-25 ਕਿੱਲਿਆਂ ਦੀ ਨਰਸਰੀ ਸਾਡੀ ਹੋ ਜੂਗੀ ਪਿਆਜ਼ ਦੀ। ਪਰ ਪਿਆਜ਼ ਦੀ ਨਰਸਰੀ ਸਾਡੀ ਲੋਕ ਘਰ ਦੇ ਕਜੋਮ ਵਾਸਤੇ ਥੋੜ੍ਹੀ ਉਹ ਲੈ ਕੇ ਜਾਂਦੇ ਨੇ, ਕਿ ਵੱਡੇ ਫਾਰਮਰ ਸਾਡੇ ਕੋਲੇ ਪਿਆਜ਼ ਦੀ ਨਹੀਂ ਆਉਂਦੇ, ਮਿਰਚਾਂ ਦੇ ਸਾਡੇ ਕੋਲੇ ਵੱਡੇ ਫਾਰਮਰ ਆਉਂਦੇ ਨੇ ਜੀ। ਅਤੇ ਇਹ ਕਿਹੜੀਆਂ ਸਟੇਟਾਂ ਦੇ ਵਿੱਚ ਜਾ ਰਹੀ ਹੈ, ਕਿੰਨੀ ਜਾ ਰਹੀ ਹੈ? ਇਹ ਸਭ ਤੋਂ ਪਹਿਲਾਂ ਪੰਜਾਬ ਵਿੱਚ, ਫਿਰ ਹਰਿਆਣੇ ਵਿੱਚ, ਉਸ ਤੋਂ ਅੱਗੇ ਯੂਪੀ ਵਿੱਚ ਸਭ ਤੋਂ ਜ਼ਿਆਦਾ ਨਰਸਰੀ ਸਾਡੀ ਯੂਪੀ ਵਿੱਚ ਵਿਕਦੀ ਹੈ। ਸੈਕਿੰਡ ਪੰਜਾਬ ਵਿੱਚ, ਹਰਿਆਣੇ ਵਿੱਚ ਵੀ ਬਹੁਤ ਲੱਗਦੀ ਹੈ, ਪਰ ਉੱਥੇ ਕੁਛ ਹੁਣ ਪਹਿਲਾਂ ਬਹੁਤ ਜਾਂਦੀ ਸੀ, ਹੁਣ ਉੱਥੇ ਵੈਰਾਈਟੀਆਂ ਹੋਰ ਬਹੁਤ ਬਰੀਕ ਮਿਰਚਾਂ ਲੱਗਣ ਲੱਗ ਗਈਆਂ, ਕੁਛ ਉੱਥੇ ਆਪਣੀਆਂ ਨਰਸਰੀਆਂ ਖੁੱਲ੍ਹ ਗਈਆਂ। ਹਰਿਆਣੇ ਵਿੱਚ ਸਾਡਾ ਕੰਮ ਘਟਿਆ, ਪੰਜਾਬ ਵਿੱਚ ਅਤੇ ਉੱਤਰ ਪ੍ਰਦੇਸ਼ ਵਿੱਚ ਸਾਡਾ ਕੰਮ ਵਧਿਆ। ਕੀ ਕਾਰਨ ਹੈ ਕਿ ਯੂਪੀ ਦੇ ਵਿੱਚ ਬਹੁਤ ਮਿਰਚ ਲੱਗਦੀ ਹੈ, ਇਸ ਤੋਂ ਜ਼ਿਆਦਾ ਲੱਗਦੀ ਹੋਣੀ, ਕਿਉਂਕਿ 400-500 ਏਕੜ ਦੀ ਤਾਂ ਤੁਸੀਂ ਦੇ ਦਿੰਦੇ ਹੋ ਉਹਨਾਂ ਨੂੰ। ਇੱਕ ਤਾਂ ਯੂਪੀ ਬਹੁਤ ਵੱਡਾ ਸਟੇਟ ਹੈ, ਉੱਥੋਂ ਵੱਡੀਆਂ ਮੰਡੀਆਂ ਨੇ ਜਿਹੜੀਆਂ ਉਹ ਬਹੁਤ ਨੇੜੇ ਪੈ ਜਾਂਦੀਆਂ ਨੇ। ਕਿਸਾਨ ਬਹੁਤ ਸਖਤ ਮਿਹਨਤ ਕਰਦੇ ਨੇ, ਉਹਨਾਂ ਦੀ ਲੇਡੀਜ਼ ਵੀ ਆਪ ਲੇਬਰ ਕਰਦੀਆਂ ਨੇ। ਬਾਕੀ ਇਹ ਕੈਸ਼ ਕਰੋਪ ਹੈ, ਕਹਿਣ ਤੋਂ ਭਾਵ ਕੋਈ ਵੀ ਕਰੋਪ ਫਸਲ ਇੱਦਾਂ ਦੀ ਨਹੀਂ ਹੈਗੀ ਜਿਹਦੀ ਇਨਕਮ ਮਿਰਚਾਂ ਤੋਂ ਜ਼ਿਆਦਾ ਹੋਵੇ। ਲੰਮੇ ਟਾਈਮ ਦੀ ਲੰਬੇ ਟਾਈਮ ਦੀ ਫਸਲ ਹੈ, ਜਿਵੇਂ ਪਿਛਲਾ ਸਾਲ ਬਹੁਤ ਲੋਕਡਾਊਨ ਕਰਕੇ ਬਹੁਤ ਜ਼ਿਆਦਾ ਮੰਦਾ ਰਿਹਾ, ਪਰ ਜਿਨ੍ਹਾਂ ਨੇ ਮਿਰਚਾਂ ਸੰਭਾਲ ਕੇ ਰੱਖੀਆਂ, ਇਹਦੀ ਲਾਸਟ 60-70 ਰੁਪਏ ਕਿਲੋ ਤੱਕ ਵਿਕੀਆਂ। ਫਿਰ ਪ੍ਰਤੀ ਏਕੜ ਸਾਰੀਆਂ ਫਸਲਾਂ ਤੋਂ ਅੱਗੇ ਇਹ ਰਹੀਆਂ। ਕੁੱਲ ਮਿਲਾ ਕੇ ਜਿਹੜਾ ਪ੍ਰੋਫਿਟ ਆ ਉਹ ਸਾਰੀਆਂ ਫਸਲਾਂ ਤੋਂ ਇਹਦਾ ਜ਼ਿਆਦਾ ਆਉਂਦਾ। ਭਾਵ ਕਿ ਖਾਣ ਨੂੰ ਕੌੜੀਆਂ ਨੇ ਪਰ ਆਮਦਨ ਚੰਗੀ ਦੀ। ਆਮਦਨ ਸਭ ਤੋਂ ਜ਼ਿਆਦਾ ਸਾਰੀਆਂ ਫਸਲਾਂ ਤੋਂ, ਮੈਂ ਸਾਰੀਆਂ ਫਸਲਾਂ ਦੀ ਖੇਤੀ ਕਰਦਾ ਜੀ। ਜਿੰਨੀ ਫਸਲ ਮਿਰਚਾਂ ਦੀ ਫਸਲ ਵਿੱਚੋਂ ਆਉਂਦੀ ਹੈ, ਆਮਦਨ ਆਉਂਦੀ ਹੈ, ਅਤੇ ਉਨੀ ਆਮਦਨ ਕਿਸੇ ਹੋਰ ਫਸਲ 'ਚੋਂ ਨਹੀਂ ਆਉਂਦੀ, ਕੋਈ ਕੁਦਰਤੀ ਆਫਤ ਨਾ ਪਵੇ ਜੀ। ਇਸ ਵਕਤ ਤੁਹਾਡੇ ਕੋਲੇ ਕਿੰਨੇ ਕੁ ਲੋਕ ਕੰਮ ਕਰਦੇ ਪਏ? ਮਿਰਚਾਂ ਦੀ ਨਰਸਰੀ ਦੀ ਬਿਜਾਈ ਤੋਂ ਬਾਅਦ ਇਹਨਾਂ ਦੇ ਨਦੀਨ ਜਿਹੜੇ ਕੱਢਣੇ ਹੁੰਦੇ ਨੇ ਉਹ ਸਾਰੇ ਹੱਥ ਨਾਲ ਕੱਢੇ ਜਾਂਦੇ ਨੇ, ਕੈਮੀਕਲੀ ਨਹੀਂ ਚੱਲਦਾ। ਇਹ ਸਾਡੇ ਕੋਲੇ 3.5 ਕਿੱਲੇ ਮਿਰਚਾਂ ਦੀ ਨਰਸਰੀ ਹੈ ਅਤੇ 1.25 ਕਿੱਲਾ ਪਿਆਜ਼ ਦੀ ਨਰਸਰੀ ਹੈ। ਇਹਦੇ ਵਿੱਚ 20 ਤੋਂ 25 ਲੇਡੀਜ਼ ਰੈਗੂਲਰ ਕੰਮ ਆ ਉਹਨਾਂ ਨੂੰ, ਬੀਜਣ ਤੋਂ ਲੈ ਕੇ 10 ਨਵੰਬਰ ਤੋਂ ਲੈ ਕੇ ਮਾਰਚ ਦੇ ਐਂਡ ਤੱਕ ਉਹਨਾਂ ਦਾ ਕੰਮ ਨਹੀਂ ਖਤਮ ਹੁੰਦਾ। ਪਰ ਜਦੋਂ ਸਾਨੂੰ ਹੋਰ ਜ਼ਿਆਦਾ ਲੇਬਰ ਦੀ ਲੋੜ ਪੈਂਦੀ ਹੈ, ਫਿਰ ਅਸੀਂ ਬਾਹਰ ਤੋਂ ਹੋਰ ਲੇਬਰ ਵੀ ਮੰਗਵਾ ਲੈਂਦੇ ਹਾਂ। ਸੋ ਇਹ ਸਾਰੀਆਂ ਬੀਬੀਆਂ ਜੋ ਕੰਮ ਕਰਦੀਆਂ ਨੇ ਪਿੰਡ 'ਚੋਂ ਹੀ ਮਿਲ ਜਾਂਦੀਆਂ ਨੇ? ਇਹ 25 ਬੀਬੀਆਂ ਪਿੰਡ ਤੋਂ ਹੀ ਆਉਂਦੀਆਂ ਨੇ ਜੀ, ਪਰ ਇਸ ਵਾਰੀ ਸਾਡੇ ਥੋੜ੍ਹੇ ਨਦੀਨ ਜ਼ਿਆਦਾ ਹੋ ਗਏ, ਅਤੇ ਫਿਰ ਅਸੀਂ 4 ਪਿੰਡਾਂ ਤੋਂ ਹੋਰ ਵੀ ਲੈ ਕੇ ਆਉਂਦੇ ਰਹੇ। 10-12 ਦਿਨ 35 ਬੀਬੀਆਂ ਅਸੀਂ ਹੋਰ ਲੈ ਕੇ ਆਉਂਦੇ ਰਹੇ। ਅਤੇ ਜਦੋਂ ਤੁਸੀਂ ਕਹਿ ਰਹੇ ਹੋ ਕਿ ਮਾਰਚ ਤੱਕ ਕੰਮ ਚੱਲਦਾ ਹੈ, ਮਾਰਚ ਤੋਂ ਲੈ ਕੇ ਨਵੰਬਰ ਤੱਕ ਫਿਰ ਇਹਨਾਂ ਨੂੰ ਕਿੱਥੇ ਕੰਮ ਮਿਲਦਾ? ਉਹਦੇ ਵਿੱਚ ਬਾਅਦ 'ਚ ਅਸੀਂ ਆਪਣੇ 7-8 ਕਿੱਲੇ ਆਪਣੇ ਮਿਰਚਾਂ ਦੇ ਬੀਜ ਦਿੰਦੇ ਹਾਂ। ਉਹ ਮਿਰਚਾਂ ਲਾਉਣ ਤੋਂ ਲੈ ਕੇ ਲਾਸਟ ਟਾਈਮ ਤੱਕ ਉਹ ਵੀ ਕੰਮ ਜ਼ਿਆਦਾ ਬੀਬੀਆਂ ਦੀ ਹੁੰਦਾ। ਮਿਰਚਾਂ ਲਾਉਣੀਆਂ, ਉਹਨਾਂ ਦੀ ਸਾਂਭ ਸੰਭਾਲ ਕਰਨੀ,
ਤੇ ਮਈ ਦੇ ਵਿੱਚ ਸਾਡਾ ਇਹਨੂੰ ਫਰੂਟਿੰਗ ਆ ਜਾਂਦੀ ਹੈ, ਫਰੂਟ ਤੋੜਨਾ, ਉਹਨੂੰ ਪੈਕ ਕਰਨਾ ਤੇ ਅਗਲੇ ਕੰਮ ਤਾਂ ਫਿਰ ਸਾਡੇ ਹੁੰਦੇ ਨੇ। ਤੇ ਇਹ ਰੈਗੂਲਰ ਕੰਮ ਮਤਲਬ ਸਟੈਪ ਬਾਏ ਸਟੈਪ ਸਾਰਾ ਸਾਲ ਹੀ ਚੱਲਦਾ ਰਹਿੰਦਾ। ਮਿਰਚਾਂ ਤੋੜਨ ਦਾ ਕੰਮ ਬਹੁਤ ਜ਼ਿਆਦਾ ਇਹ ਬੀਬੀਆਂ ਦੀ ਕੰਮ ਹੈ, ਬੀਬੀਆਂ ਹੀ ਤੋੜਦੀਆਂ ਨੇ ਜੀ। ਤੇ ਹੁਣ ਇਹਦਾ ਸਿਸਟਮ ਵੀ ਠੇਕੇ ਤੇ ਆ ਗਿਆ, ਬੀਬੀਆਂ ਮਿਰਚਾਂ ਠੇਕੇ ਤੇ ਤੋੜਦੀਆਂ ਨੇ, ਕੋਈ ਦਿਹਾੜੀ ਨਾਲੋਂ ਠੇਕੇ ਤੇ ਪੈਸੇ ਜ਼ਿਆਦਾ ਬਣਦੀਆਂ ਨੇ। ਇਹ 3.5 ਰੁਪਏ ਕਿਲੋ ਤੋਂ ਲੈ ਕੇ 4 ਰੁਪਏ ਕਿਲੋ ਰੇਟ ਲੈਂਦੀਆਂ ਨੇ। ਇੱਕ ਬੀਬੀ ਸਾਡੇ ਤਾਂ 1.25 ਕੁਇੰਟਲ ਤੱਕ ਮਿਰਚ ਤੋੜ ਦਿੰਦੀ ਹੈ, ਪਰ ਇੱਕ ਦਿਨ ਵਿੱਚ। ਪਰ ਜਿਨ੍ਹਾਂ ਦੀ ਪ੍ਰੈਕਟਿਸ ਘੱਟ ਆ ਉਹ ਵਿਚਾਰੀਆਂ 40-50 ਕਿਲੋ ਤੇ ਵੀ ਰਹਿ ਜਾਂਦੀਆਂ ਨੇ ਜੀ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਪ੍ਰਾਪਤੀ ਹੈ ਬਿਰੜਵਾਲ ਸਾਹਿਬ ਦੀ। ਅਸੀਂ ਤੁਹਾਡੇ ਫਾਰਮ ਦੇ ਉੱਤੇ ਹੁਣ ਥੋੜ੍ਹਾ ਜਿਹਾ ਦੇਖਣਾ ਚਾਹਾਂਗੇ ਕਿ ਜਿਵੇਂ ਸਾਡੇ ਦਰਸ਼ਕ ਦੇਖ ਰਹੇ ਹੋਣੇ ਆ, ਸਾਡੇ ਪਿੱਛੇ ਪੂਰਾ ਇਹ ਟਨਲਸ ਬਣੀਆਂ ਹੋਈਆਂ ਨੇ। ਲੋ ਟਨਲਸ ਬਣਾ ਕੇ ਇਹਨਾਂ ਦੇ ਵਿੱਚ ਪਨੀਰੀ ਬੀਜੀ ਗਈ ਹੈ। ਇਹ ਹੁਣ ਮਾਰਚ ਤੱਕ ਜਾ ਕੇ ਇਹ ਪੂਰੀ ਪਨੀਰੀ ਇੱਥੋਂ ਚਲੀ ਜਾਏਗੀ। ਹਾਂਜੀ। ਇਹ ਬੜਾ ਸਾਹਿਬ ਗਰਮ ਰੁੱਤ ਦੀ ਫਸਲ ਹੈ ਤੇ ਇਹਦੀ ਬਿਜਾਈ ਜਦੋਂ ਸਰਦ ਰੁੱਤ ਸਟਾਰਟ ਹੁੰਦਾ ਉਸ ਟਾਈਮ ਕੀਤੀ ਜਾਂਦੀ ਹੈ ਤੇ ਨਵੰਬਰ 'ਚ ਸਟਾਰਟ ਕਰਦੇ ਆ। ਇਹਦੀ ਟਰਾਂਸਪਲਾਂਟਿੰਗ ਫਰਵਰੀ ਜਾ ਕੇ ਹੋਣੀ ਹੈ। ਗਰਮੀ ਰੁੱਤ ਦੀ ਫਸਲ ਨੂੰ ਸਰਦੀ ਵਿੱਚ ਬਣਾਉਣ ਵਾਸਤੇ ਇੱਕ ਤਾਂ ਲੋ ਟਰਨ ਦੀ ਲੋੜ ਪੈਂਦੀ, ਉਹਨੂੰ ਠੰਡ ਤੋਂ ਬਚਾਉਣਾ ਤੇ ਦੂਸਰਾ ਇਹ ਠੰਡ ਨਾਲ ਹੀ ਲੜੀ ਜਾਂਦੀ ਹੈ। ਇਹਦੀ ਹਾਈਟ ਨਹੀਂ ਹੁੰਦੀ ਜਦੋਂ ਤੱਕ ਇਹਨੂੰ ਕਵਰ ਨਹੀਂ ਕਰਦੇ ਜੀ। ਇਹਨੂੰ ਟੈਂਪਰੇਚਰ ਵਧਾਉਣ ਵਾਸਤੇ, ਠੰਡ ਤੋਂ ਬਚਾਉਣ ਵਾਸਤੇ ਲੋ ਟਰਨ ਲਾਉਣਾ ਹੀ ਪੈਂਦਾ ਜੀ। ਇਸ ਵਕਤ ਤੁਸੀਂ ਸਾਰਾ ਪ੍ਰਬੰਧ ਕਰਨ ਵਾਸਤੇ ਕਿਸ ਤਰ੍ਹਾਂ ਦਾ ਤੁਹਾਡੇ ਕੋਲ ਇਨਫਰਾਸਟ੍ਰਕਚਰ ਹੈ, ਸਮਾਨ ਕਿਸ ਤਰ੍ਹਾਂ ਦਾ ਹੈ, ਕਿਸ ਤਰ੍ਹਾਂ ਦੀ ਮਸ਼ੀਨਰੀ ਹੈ ਇਹਦੇ ਵਾਸਤੇ ਸਾਰਾ ਕੁਝ ਰੱਖਿਆ ਹੋਇਆ? ਅਸੀਂ ਜਾਣਨਾ ਚਾਹਾਂਗੇ ਇੱਥੇ ਵੀ ਤੁਸੀਂ ਇੱਕ ਬਹੁਤ ਵੱਡਾ ਇਹ ਟੋਆ ਬਣਾਇਆ ਹੋਇਆ ਪਾਣੀ ਵਾਸਤੇ, ਇਹ ਸਾਰਾ ਕੀ ਵਰਤੋਂ ਕਰਦੇ ਹੋ? ਇਹਦੀ ਬਿਜਾਈ ਵਾਸਤੇ ਪਹਿਲਾਂ ਅਸੀਂ ਹੱਥ ਨਾਲ ਕੰਮ ਕਰਦੇ ਸੀ, ਪਰ ਉਹਨੂੰ ਕੰਮ ਨੂੰ ਘਟਾਉਣ ਵਾਸਤੇ ਅਸੀਂ ਇੱਕ ਮਾਰਕਰ ਬਣਾਇਆ ਵਾ। ਉਹੀ ਜਿਹੜਾ ਸਾਡਾ ਬੈੱਡ ਪਲਾਂਟਰ ਹੈ ਉਹੀ ਸੈਂਟਰ ਦੇ ਵਿੱਚ ਮਾਰਕਾ ਲਾਉਂਦਾ ਜਾਂਦਾ। ਉਸ ਤੋਂ ਬਾਅਦ ਜਦੋਂ ਮਾਰਕਾ ਲੱਗ ਗਿਆ, ਇਹਦੇ ਛੋਟੇ ਛੋਟੇ ਕਿਆਰੇ ਬਣਾਤੇ। ਕਿਆਰਿਆਂ ਦੇ ਵਿੱਚ ਅਸੀਂ ਸਿੱਟਾ ਦੇ ਕੇ ਹਰ ਕਿਆਰੇ ਵਿੱਚ ਤੋਲ ਕੇ ਬੀਜ ਪਾਉਂਦੇ ਹਾਂ ਤੇ ਉਹਦੇ ਵਿੱਚ ਸਿੱਟਾ ਲਾ ਕੇ ਉਹ ਜਿਹੜਾ ਮਾਰਕਾ ਲੱਗਿਆ ਹੁੰਦਾ ਲੈਣਾ ਵਿੱਚ ਬੀਜ ਕਰ ਜਾਂਦਾ। ਉਹਦੇ ਉੱਪਰ ਹਲਕਾ ਜਾਂ ਕੋਈ ਕੱਪੜਾ ਜਾਂ ਕੋਈ ਬੋਰੀ ਫੇਰ ਕੇ ਉਹਨੂੰ ਵਿੱਚ ਕਵਰ ਕਰ ਦਿੰਦੇ ਹਾਂ। ਜਿਹੜੇ ਬੀਜ ਬਾਹਰ ਰਹਿ ਗਏ ਉਹਦੇ ਉੱਪਰ ਝਾੜਨੇ ਨਾਲ ਮਿੱਟੀ ਝਾੜ ਕੇ ਉਹਨੂੰ ਪਾਣੀ ਲਾਉਂਦੇ ਹਾਂ ਜੀ। ਪਾਣੀ ਲਾਉਣ ਤੋਂ ਬਾਅਦ ਜਦੋਂ 2-4 ਦਿਨ ਬਾਅਦ ਮੋਇਸਚਰ ਥੋੜ੍ਹਾ ਲਾਸ ਹੋ ਜਾਂਦਾ, ਠੀਕ ਲੱਗਦਾ, ਉਹਨੂੰ ਪਲਾਸਟਿਕ ਕਵਰ ਦੇ ਨਾਲ ਢੱਕ ਦਿੰਦੇ ਹਾਂ ਪੂਰੀ ਜ਼ਮੀਨ ਨੂੰ। 10 ਦਿਨਾਂ ਤੋਂ ਮਗਰੋਂ ਫਿਰ ਜਰਮੀਨੇਸ਼ਨ ਹੋਣੀ ਸਟਾਰਟ ਹੋ ਜਾਂਦੀ ਹੈ। ਤੇ ਜਿਹੜਾ ਇਹ ਪਾਣੀ ਵਾਲਾ ਤੁਹਾਨੂੰ ਟੋਆ ਦਿਖ ਰਿਹਾ ਜੀ, ਇਹਦੇ ਵਿੱਚ ਵੱਡੀ ਮੋਟਰ ਦਾ ਪਾਣੀ ਆ ਕੇ ਟੋਏ ਵਿੱਚ ਸਟੋਰ ਕਰ ਲੈਣਾ ਤਾਂ ਕਿ ਵਾਰੀ ਨਾਲ ਚਲਾਉਣੇ ਪਵੇ ਜਾਂ ਜਨਰੇਟਰ ਨਾਲ ਚਲਾਉਣਾ ਪਵੇ। ਤੇ ਇਹਦੇ ਉੱਪਰ ਅਸੀਂ ਇੱਕ ਇੰਜਨ ਲਾਇਆ ਵਾ, ਇੱਕ 2 ਪਾਵਰ ਦੀ ਸਮਰਸੀਬਲ ਮੋਟਰ ਲਾਈ ਵੀ ਆ। ਪਰ ਚਲਾਉਂਦੇ ਅਸੀਂ ਇੰਜਨ ਨਾਲ ਆ, ਮੋਟਰ ਨੂੰ ਬਿਜਲੀ ਨਾਲ ਨਹੀਂ ਚਲਾਉਂਦੇ ਕਿਉਂਕਿ ਸਾਡੇ ਕੋਲ ਕਨੈਕਸ਼ਨ ਹੈ ਨਹੀਂ ਇੱਥੇ। ਤੇ ਉਹ ਪ੍ਰੈਸ਼ਰ ਦਿੰਦੀ ਆ, 2 ਪਾਈਪਾਂ ਨਿਕਲ ਜਾਂਦੇ, 2 ਪਾਈਪਾਂ ਦੇ ਅੱਗੇ 4 ਹੋ ਜਾਂਦੇ ਨੇ। ਇਹਨੂੰ ਮਤਲਬ ਸਲੋ ਪਾਣੀ ਲਾਇਆ ਜਾਂਦਾ ਇਸ ਕਿਆਰਿਆਂ ਵਿੱਚ ਪਾਈਪਾਂ ਰੱਖ ਕੇ ਹੀ। ਇਹ ਮੋਟਰ ਹੈ? ਹਾਂ, ਇਹਨੂੰ ਫਲੈਟ ਪਾਣੀ ਨਹੀਂ ਆਪਾਂ ਲਾ ਸਕਦੇ। ਫਲੈਟ ਪਾਣੀ ਲਾਵਾਂਗੇ ਤਾਂ ਇਹਨੂੰ ਇੱਕ ਬਿਮਾਰੀ ਡੈਂਪਿੰਗ ਆਫ ਦੀ ਆ ਜਾਂਦੀ ਆ ਮੋਇਸਚਰ ਜ਼ਿਆਦਾ ਨਾਲ ਜੀ। ਇਹ ਜੋ ਬੀ ਹੁੰਦਾ ਇਹਦਾ ਮਿਰਚਾਂ ਦਾ, ਹਾਂਜੀ, ਇਹਦੀਆਂ ਵੱਖਰੀਆਂ ਵੈਰਾਈਟੀਜ਼ ਨੇ। ਹਾਂਜੀ, ਇਹ ਸਾਡੇ ਸਟੇਟ ਦੇ ਵਿੱਚ ਜਿਵੇਂ ਪੰਜਾਬ ਹੈ, ਹਰਿਆਣਾ ਹੈ, ਇਸ ਤਰ੍ਹਾਂ ਯੂਪੀ ਹੈ, ਵੱਖਰੀਆਂ ਲੱਗਦੀਆਂ ਨੇ। ਹਾਂਜੀ, ਪੰਜਾਬ ਦੇ ਵਿੱਚ ਪੰਜਾਬ ਦੀਆਂ ਵੈਰਾਈਟੀਆਂ ਲੱਗਦੀਆਂ ਨੇ ਜ਼ਿਆਦਾ। CH27 ਲੱਗਦੀ ਹੈ ਜਿਹੜੀ ਆਪਣੀ ਲੁਧਿਆਣੇ PAU ਦੀ ਵੈਰਾਈਟੀ ਹੈ ਜੀ। ਉਸ ਤੋਂ ਬਾਅਦ BNR ਦੀ ਸਾਹਿਬ ਹੈ, 592 ਹੈ, ਕੁਛ ਵੈਰਾਈਟੀਆਂ ਹੋਰ ਵੀ ਨੇ ਜੀ, ਉਹ ਲੱਗਦੀਆਂ ਨੇ ਜੀ। ਹਰਿਆਣੇ ਵਿੱਚ ਹੁਣ ਥੋੜ੍ਹਾ ਚੇਂਜ ਆ ਗਈ, ਉਹ ਬਹੁਤ ਬਰੀਕ ਮਿਰਚਾਂ ਬੀਜਦੇ ਨੇ। ਉੱਥੇ ਪੜ੍ਹੇ ਲਿਖੇ ਬੱਚੇ ਆ ਗਏ, ਉਹ ਆਪਣੀਆਂ ਨਰਸਰੀਆਂ ਆਪ ਹੀ ਉਗਾ ਲੈਂਦੇ ਨੇ, ਕੋਈ ਨਰਸਰੀਆਂ ਉੱਥੇ ਖੁੱਲ੍ਹ ਵੀ ਗਈਆਂ ਨੇ। ਯੂਪੀ ਦੇ ਵਿੱਚ ਜਾ ਕੇ ਇੱਕ ਹੀ ਵੈਰਾਈਟੀ ਚੱਲਦੀ ਆ, ਸੋਲਜਰ। ਉਹ ਹੋਰ ਵੈਰਾਈਟੀ ਨੂੰ ਕਿਸੇ ਨੂੰ ਪਸੰਦ ਨਹੀਂ ਕਰਦੇ। ਸੋਲਜਰ ਵਾਸਪ ਦੀ ਨਾਨਹਿਮਜ ਦੀ ਹੈਗੀ ਆ ਜੀ ਕੰਪਨੀ। ਕਾਫੀ ਇਹਦਾ ਕੋਸਟਲੀ ਇਹਦਾ 20 ਗ੍ਰਾਮ ਬੀਜ 765 ਰੁਪਏ ਦਾ ਆਇਆ ਜੀ। 20 ਗ੍ਰਾਮ ਬੀਜ 765 ਰੁਪਏ ਦਾ ਆਇਆ। ਇਹ 20 ਗ੍ਰਾਮ ਬੀਜ ਕਿੰਨੀ ਥਾਂ ਵਾਸਤੇ? 20 ਗ੍ਰਾਮ ਬੀਜ ਦੇ ਵਿੱਚ 4000 ਸੀਡ ਹੁੰਦੇ ਨੇ ਜੀ, ਜਿਨ੍ਹਾਂ ਤੋਂ ਨਰਸਰੀ ਦੇ ਬੂਟੇ 3000 ਰੁਪਏ ਦਾ ਹੁੰਦੇ। ਕੁਛ ਜਰਮੀਨੇਸ਼ਨ ਘੱਟ ਰਹਿ ਜਾਂਦੀ ਹੈ ਜੀ, ਕੁਛ ਡੈਂਪਿੰਗ ਆਫ ਆ ਕੇ ਮਰ ਜਾਂਦੇ ਨੇ ਜੀ।
ਹੁਣ ਅਸੀਂ ਸਰਦਾਰ ਹਰਬੰਸ ਸਿੰਘ ਬਿਰੜਵਾਲ ਹੋਣਾ ਨਾਲ ਗੱਲ ਕਰਾਂਗੇ ਕਿ ਕਿੱਥੋਂ ਉਹਨਾਂ ਨੇ ਸ਼ੁਰੂਆਤ ਕੀਤੀ ਔਰ ਇਹ ਸਫ਼ਰ ਕਿਵੇਂ ਉਹਨਾਂ ਨੇ ਤੈਅ ਕੀਤਾ। ਬਿਰੜਵਾਲ ਸਾਹਿਬ, ਪਹਿਲਾਂ ਤਾਂ ਤੁਸੀਂ ਆਮ ਖੇਤੀ ਜਿਵੇਂ ਬਾਕੀ ਸਾਡੇ ਪੰਜਾਬ 'ਚ ਲੋਕੀ ਕਰਦੇ ਆ ਉਸ ਤਰ੍ਹਾਂ ਦੀ ਕਰਦੇ ਹੋਵੋਗੇ। ਹਾਂਜੀ, ਪਹਿਲਾਂ ਅਸੀਂ ਕਣਕ ਝੋਨੇ ਦੀ ਹੀ ਖੇਤੀ ਕਰਦੇ ਸੀ। ਕਿੰਨੀ ਕੁ ਪੁਰਾਣੀ ਗੱਲ ਹੈ? 1980 ਤੋਂ ਪਹਿਲਾਂ ਦੀ ਜੀ। ਤੇ ਕਿੰਨੀ ਖੇਤੀ ਕਰਦੇ ਸੀ ਉਦੋਂ? 1980 ਦੇ ਵਿੱਚ ਸਾਡੇ ਕੋਲ 15 ਕਿੱਲੇ ਜ਼ਮੀਨ ਸੀ ਜੀ। ਤੇ ਕਿੰਨੇ ਪਰਿਵਾਰਕ ਮੈਂਬਰ ਸੀ? ਬਾਅਦ 14-15 ਮੈਂਬਰ ਸੀ। ਸਾਰੇ ਉਦੋਂ ਸਾਰੇ ਆਪਾਂ ਝੋਨਾ ਤੇ ਕਣਕ ਹੀ ਝੋਨਾ ਕਰਦੇ ਤੇ ਸੀ। ਕਣਕ ਦੀ ਖੇਤੀ ਕਰਦੇ, ਥੋੜੀ ਮੂੰਗਫਲੀ ਵੀ ਹੁੰਦੀ ਸੀ, ਰੇਤਲੀ ਜ਼ਮੀਨ ਸੀ ਸਾਡੀ। ਜੀ ਜੀ। ਤੇ ਇਸ ਪਾਸੇ ਆਉਣ ਦਾ ਤੁਹਾਡਾ ਖਿਆਲ ਕਿਵੇਂ ਬਣਿਆ ਫਿਰ ਕਿ ਵੀ ਰਵਾਇਤੀ, ਕਿਉਂਕਿ ਕਿਸਾਨ ਬਹੁਤ ਡਰਦਾ ਹੈ ਨਵਾਂ ਤਜਰਬਾ ਕਰਨ ਤੋਂ, ਹੈ ਨਾ, ਤੇ ਤੁਸੀਂ ਤੇ ਬਹੁਤ ਵੱਡਾ ਰਿਸਕ ਲਿਆ, ਫਿਰ ਕਿਵੇਂ ਹੋਇਆ ਇਹ ਸੰਭਵ? 1980 ਤੋਂ ਪਹਿਲਾਂ ਮੇਰੇ ਇੱਕ ਰਿਸ਼ਤੇਦਾਰ ਆਲੂ ਦੀ ਖੇਤੀ ਕਰਦੇ ਤੇ ਉਹਨਾਂ ਨੂੰ ਦੇਖ ਕੇ ਮੇਰਾ ਆਲੂ ਵਿੱਚ ਇੰਟਰਸਟ ਗਿਆ ਜੀ। ਤੇ 80 ਵਿੱਚ ਮੈਂ ਉਹਨਾਂ ਤੋਂ ਓਨਲੀ ਅੱਧੇ ਕਿੱਲੇ ਦਾ ਬੀਜ ਲਿਆ ਕੇ ਆਲੂ ਲਾਇਆ ਤੇ ਉਹਦੀ ਬਹੁਤ ਸੇਵਾ ਕੀਤੀ, ਬਹੁਤ ਜ਼ਬਰਦਸਤ ਫਸਲ ਹੋਈ ਜੀ। ਤੇ ਉਹਦੇ ਤੋਂ ਸਾਨੂੰ ਹੋਰ ਇੰਟਰਸਟ ਪੈਦਾ ਹੋ ਗਿਆ। ਫਿਰ ਅਸੀਂ 3 ਕਿੱਲੇ ਲਾਏ, 3 ਕਿੱਲਿਆਂ ਤੋਂ ਬਾਅਦ ਫਿਰ 6 ਕਿੱਲੇ ਲਾ ਲਏ, 6 ਕਿੱਲੇ ਲਾ ਕੇ ਫਿਰ ਅਸੀਂ ਟੋਟਲ ਮਸ਼ੀਨਰੀ ਇਹਦੀ ਆਲੂ ਲਾਉਣ ਵਾਲੀ, ਆਲੂ ਪੱਟਣ ਵਾਲੀ, ਇੱਕ ਜਿੰਦਾ ਟਰੈਕਟਰ ਸਾਡੇ ਕੋਲ ਪਹਿਲਾਂ ਹੈਗਾ ਸੀ, ਉਹ ਲਿਆਂਦਾ। ਤੇ 1985 'ਚ ਅਸੀਂ ਆਪਣਾ ਜਿਹੜਾ ਟੋਟਲ ਰਕਬਾ ਸੀ ਉਹ ਆਲੂ ਹੇਠਾਂ ਹੀ ਲਾਇਆ। ਕਣਕ ਦੀ ਖੇਤੀ 1985 ਤੋਂ ਬਾਅਦ ਕਦੇ ਨਹੀਂ ਕੀਤੀ। ਅੱਛਾ। ਤੇ ਫਿਰ ਕਿਉਂਕਿ ਆਲੂ ਬੀਜ ਕੇ 3 ਫਸਲਾਂ ਆਉਂਦੀਆਂ ਨੇ, ਆਲੂ ਹੋ ਗਿਆ, ਆਲੂ ਤੋਂ ਮਗਰੋਂ ਸਬਜ਼ੀਆਂ ਲਾ ਲਓ, ਮੱਕੀ ਲਾ ਲਓ, ਕਾਫੀ ਫਸਲਾਂ ਜਿਹੜੀਆਂ ਆ ਜਾਂਦੀਆਂ ਨੇ ਇਹਦੇ ਵਿੱਚ। ਹੋਰ ਕਿਹੜੀਆਂ ਫਸਲਾਂ ਲੱਗ ਸਕਦੀਆਂ ਨਾਲ ਮੱਕੀ ਤੋਂ ਇਲਾਵਾ? ਆਲੂ ਤੋਂ ਮਗਰੋਂ ਖਰਬੂਜਾ ਆ ਜਾਂਦਾ ਜੀ, ਸਬਜ਼ੀਆਂ ਦੀਆਂ ਫਸਲਾਂ ਆ ਜਾਂਦੀਆਂ ਨੇ, ਜਿਵੇਂ ਟੰਡੋ ਆ ਗਿਆ, ਕਰੇਲਾ ਆ ਗਿਆ, ਘੀਆ ਆ ਗਿਆ ਜੀ, ਤੇ ਮੱਕੀ ਆ ਗਈ, ਮਿਰਚਾਂ ਆ ਗਈਆਂ। ਇਸ ਤਰ੍ਹਾਂ ਮਤਲਬ ਕਾਫੀ ਕ੍ਰੌਪਸ ਨੇ ਜੀ ਜਿਹੜੀਆਂ ਆਲੂ ਤੋਂ ਮਗਰੋਂ ਲਈਆਂ ਜਾਂਦੀਆਂ ਨੇ ਜੀ। ਤੇ ਇਹ ਫਸਲਾਂ ਤਕਰੀਬਨ ਜਾ ਕੇ ਮਈ ਦੇ ਐਂਡ 'ਚ ਜਾਂ ਜੂਨ ਦੇ ਫਸਟ ਜਾ ਕੇ ਇਹ ਪੱਕ ਜਾਂਦੀਆਂ ਨੇ ਜੀ। ਤੀਜੀ ਫਸਲ ਫਿਰ ਜੀਰੀ ਦੀ ਆ ਜਾਂਦੀ ਹੈ, ਜੀਰੀ ਤੋਂ ਬਾਅਦ ਫਿਰ ਆਲੂ। ਇੱਦਾਂ ਹੀ ਅਸੀਂ 3 ਕ੍ਰੌਪਸ ਦੇ ਵਿੱਚ ਰਹੇ ਤੇ 1997 ਤੱਕ ਅਸੀਂ ਇੱਦਾਂ ਦੀਆਂ 3 ਕ੍ਰੌਪਸ ਹੀ ਲੈਂਦੇ ਰਹੇ। 97 ਵਿੱਚ ਮੈਂ ਪਹਿਲੀ ਵਾਰੀ 8 ਵਿਗੇ ਥਾਂ ਮਿਰਚਾਂ ਦਾ ਲਾਇਆ CH1 ਦਾ। ਤੇ ਮੈਂ ਜਿੱਥੋਂ ਨਰਸਰੀ ਲੈ ਕੇ ਆਇਆ ਸੀ ਤੇ ਮੈਨੂੰ ਉਹ ਨਰਸਰੀ ਦੇਖ ਕੇ ਮੇਰਾ ਇੰਟਰਸਟ ਹੋਇਆ ਵੀ ਮਿਰਚਾਂ ਦੀ ਖੇਤੀ ਕਰਨ ਨਾਲ ਨਾਲ ਦੀ ਨਰਸਰੀ ਵੀ ਆਪ ਬੀਜੀ ਜਾਵੇ ਜੀ। ਜਦੋਂ ਮੈਂ ਮਿਰਚਾਂ ਦੀ ਨਰਸਰੀ ਬਾਰੇ ਸੋਚਿਆ ਤਾਂ ਮੈਂ ਯੂਨੀਵਰਸਿਟੀ ਗਿਆ। ਉੱਥੇ ਮੇਰੀ ਮੁਲਾਕਾਤ ਡਾਕਟਰ ਜਰਨੈਲ ਸਿੰਘ ਹੁੰਦਲ ਉਹਨਾਂ ਨਾਲ ਹੋਈ। ਉਹਨਾਂ ਨੇ ਮੈਨੂੰ ਕਿਹਾ ਵੀ ਨਰਸਰੀ ਦੇ ਨਾਲ ਨਾਲ ਫਿਰ ਤੂੰ ਬੀਜ ਬਣਾਉਣਾ ਹੀ ਸਿੱਖ ਲਾ, ਹਾਈਬ੍ਰਿਡ ਬੀਜ ਬਣਾਉਣਾ ਸਿੱਖ ਲਾ। ਤੇ ਚਲੋ ਮੈਂ ਉਹਨਾਂ ਤੋਂ ਇੱਕ ਦਿਨ ਦੀ 1 ਘੰਟੇ ਦੀ ਟ੍ਰੇਨਿੰਗ ਹੁੰਦੀ ਆ, ਘੰਟੇ ਦੀ ਟ੍ਰੇਨਿੰਗ ਲਈ ਥਿਓਰੀਕਲੀ। ਤੇ ਥਿਓਰੀਕਲੀ ਟ੍ਰੇਨਿੰਗ ਲੈ ਕੇ ਫਿਰ ਮੈਂ ਸਾਡੇ ਸਰਦਾਰ ਨੇਕ ਸਿੰਘ ਜੀ ਖੋਖ ਤੋਂ, ਉਹ ਆਲਰੇਡੀ ਇਦੋਂ ਪਹਿਲਾਂ ਕੰਮ ਕਰਦੇ ਸੀ, ਉਹਨਾਂ ਦੇ ਫਾਰਮ ਤੇ ਜਾ ਕੇ ਉਹ ਪ੍ਰੈਕਟਿਸ ਕੀਤੀ ਹਾਈਬ੍ਰਿਡ ਬੀਜ ਬਣਾਉਣ ਦੀ। ਫਿਰ ਅਸੀਂ ਹਾਈਬ੍ਰਿਡ ਬੀਜ 4-4 ਕੁਇੰਟਲ, ਮੈਂ ਤੇ ਮੇਰੇ ਬ੍ਰਦਰ ਨੇ ਤੇ ਨਾਲ ਹੋਰ ਲੇਬਰ ਲਾ ਕੇ 4-4 ਕੁਇੰਟਲ ਅਸੀਂ ਮਿਰਚਾਂ ਦਾ ਹਾਈਬ੍ਰਿਡ ਬੀਜ ਬਣਾਇਆ। ਕੁਛ ਫਿਰ ਜਾਣ ਪਛਾਣ ਵੱਧਦੀ ਗਈ। ਫਿਰ ਜਿੰਨੇ ਹਾਈਬ੍ਰਿਡ ਨੇ ਸਾਰੀਆਂ ਹਾਈਬ੍ਰਿਡਾਂ ਦੀ ਟ੍ਰੇਨਿੰਗ ਲਈ, ਰੈਸ ਦੀ ਵੀ ਲਈ, ਬੈਂਗਣ ਦੀ ਵੀ ਲਈ, ਸਨਫਲਾਵਰ ਦੀ ਵੀ ਲਈ, ਖਰਬੂਜੇ ਦੀ ਵੀ ਲਈ। ਕਹਿਣ ਤੋਂ ਬਾਅਦ ਜਿੰਨੇ ਹਾਈਬ੍ਰਿਡ ਹੈਗੇ ਨੇ ਮੈਂ ਸਾਰਿਆਂ ਦੀ ਟ੍ਰੇਨਿੰਗ ਲਈ ਤੇ ਸਾਰਿਆਂ ਤੇ ਹੀ ਕੰਮ ਕੀਤਾ। ਕੁਛ ਤੋਂ ਸਾਨੂੰ ਚੰਗਾ ਪ੍ਰੋਫਿਟ ਆਇਆ, ਕੁਛ ਦੀ ਸੇਲ ਨਹੀਂ ਹੋਈ, ਮਤਲਬ ਇੱਦਾਂ ਰਲਮਾ ਮਿਲ ਗਿਆ, ਹੋਰ ਚੱਲਦਾ ਰਿਹਾ। ਪਰ ਜਿਹੜਾ ਅਸੀਂ ਮੇਨ ਫੋਕਸ ਕੀਤਾ ਹਾਈਬ੍ਰਿਡ ਸੀਡ ਦੇ ਉੱਪਰ ਜਾਂ ਹਾਈਬ੍ਰਿਡ ਨਰਸਰੀ, ਉਹ ਮਿਰਚਾਂ ਤੇ ਹੀ ਕੀਤਾ ਜੀ। ਕਿਉਂਕਿ ਮਿਰਚਾਂ ਦਾ ਬੀਜ ਕਿਲੋਆਂ 'ਚ ਵਿਕਦਾ ਹੈ। ਕਿੱਥੇ ਅਸੀਂ 1000-1200 ਰੁਪਏ ਦੇ ਇੱਕ ਕੁਆਂਟਲ ਕ੍ਰੌਪ ਵੇਚਣੀ ਹੈ। ਇਹ ਉਸ ਟਾਈਮ ਮੰਦੇ ਵਿੱਚ ਵੀ 5000 ਰੁਪਏ ਕਿਲੋ ਤੋਂ ਸਟਾਰਟ ਹੋਇਆ ਸੀ ਵੀ ਕੁਆਂਟਲ ਬੀਜ ਬਣਾ ਲਿਆ, ਥੋੜਾ 5 ਲੱਖ ਦਾ ਹੋ ਗਿਆ। ਉਹਨਾਂ ਦਿਨਾਂ ਵਿੱਚ 5 ਲੱਖ ਰੁਪਏ ਦੀ ਵੈਲਿਊ ਬਹੁਤ ਜ਼ਿਆਦਾ ਸੀ। ਤੇ ਉਹ ਹੌਲੀ ਹੌਲੀ ਵੱਧਦੇ ਗਏ ਜੀ। ਨਰਸਰੀ ਦਾ ਕੰਮ ਲੋ ਲੈਵਲ ਤੋਂ ਸਟਾਰਟ ਕੀਤਾ, ਹੌਲੀ ਹੌਲੀ ਹੁਣ ਪਰਮਾਤਮਾ ਦੀ ਕਿਰਪਾ ਹੈ ਜੀ। ਤੇ ਹੁਣ ਤਾਂ ਸਾਨੂੰ ਕੋਈ ਐਡ ਕਰਨ ਦੀ ਜਾਂ ਹੋਰ ਕਰਨ ਦੀ ਵੀ ਲੋੜ ਨਹੀਂ ਪੈਂਦੀ, ਜਾਣ ਪਛਾਣ ਇੰਨੀ ਵੱਧ ਗਈ ਹੈ। ਬਾਕੀ ਜਿਹੜੇ ਮੇਰੇ ਉਸਤਾਦ ਜੀ ਤੇ ਡਾਕਟਰ ਸਰਦਾਰ ਸਾਧੂ ਸਿੰਘ ਮੱਲੀ ਸਾਹਿਬ, ਡਾਇਰੈਕਟਰ ਆਪਣੇ KVK ਦੇ ਪਟਿਆਲੇ ਦੇ, ਉਹਨਾਂ ਨੇ ਇੱਕੇ ਗੱਲ ਸਮਝਾਈ ਤੀ ਵੀ ਜਿੱਥੇ ਗੁੜ ਹੁੰਦਾ ਉੱਥੇ ਆਪਣੇ ਆਪ ਹੀ ਮੱਖੀਆਂ ਆ ਜਾਂਦੀਆਂ। ਤੁਸੀਂ ਕੁਆਲਿਟੀ ਦੇ ਨਾਲ ਸਮਝੌਤਾ ਨਹੀਂ ਕਰਨਾ, ਕੁਆਲਿਟੀ ਬਣਾ ਕੇ ਰੱਖਿਓ, ਗਾਹਕ ਤੁਹਾਨੂੰ ਆਪੇ ਲੱਭ ਲੈਣਗੇ। ਇਹ ਗੱਲ ਅਸੀਂ ਬਰਕਰਾਰ ਹੁਣ ਤੱਕ ਉਹਨਾਂ ਦੀ ਕਹੀ ਵੀ ਰੱਖੀ ਵੀ ਆ ਤੇ ਕੁਆਲਿਟੀ ਨਾਲ ਕਦੇ ਸਮਝੌਤਾ ਨਹੀਂ ਕਰਦੇ। ਤੇ ਮਾਲ ਸਾਡਾ ਤਕਰੀਬਨ ਸਾਰੇ ਫਾਰਮਰ ਜੀ ਬਹੁਤ ਵਧੀਆ ਢੰਗ ਨਾਲ ਲੈਂਦੇ ਨੇ। ਹਰਬੰਸ ਸਿੰਘ ਜੀ, ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਤੁਹਾਡਾ ਜੋ ਏਰੀਆ ਇਸ ਵਕਤ ਮਾਰਕੀਟਿੰਗ ਦਾ, ਉਹ ਪੰਜਾਬ ਹੈ, ਹਰਿਆਣਾ ਹੈ, UP ਹੈ। ਸੋ ਇਹਦੇ ਲਈ ਗਾਹਕ ਲੱਭਣ ਲਈ, ਭਾਵ ਕਿ ਕਿਸਾਨਾਂ ਤੱਕ ਪਹੁੰਚ ਕਰਨ ਲਈ, ਉੱਥੋਂ ਤੱਕ ਜਾਣ ਲਈ, ਆਪਣੇ ਸਮਾਨ ਨੂੰ ਵੇਚਣ ਵਾਸਤੇ ਸ਼ੁਰੂਆਤ ਤੋਂ ਤੁਹਾਨੂੰ ਕਿਵੇਂ ਕਰਨੀ ਪਈ, ਕਿਵੇਂ ਪਹੁੰਚੇ ਉੱਥੋਂ ਤੱਕ? ਇਹ ਪਹਿਲਾਂ ਕੋਈ ਉਂਗਲੀ ਫੜਾਉਂਦਾ ਤੇ ਬਾਂਹ ਤੁਹਾਨੂੰ ਆਪ ਹੀ ਫੜਨੀ ਪੈਂਦੀ ਹੈ ਜੀ। ਮੇਰੇ ਕੋਲੇ
ਜਦੋਂ ਮੈਂ ਨਰਸਰੀ ਬੀਜੀ ਮੈਨੂੰ ਵੇਚਣ ਦਾ ਬਿਲਕੁਲ ਨਹੀਂ ਸੀ ਪਤਾ ਵੀ ਨਰਸਰੀ ਤਾਂ ਮੈਂ ਉਗਾ ਲਈ, ਮੈਨੂੰ ਡਾਕਟਰ ਸਾਹਿਬ ਸਪੋਰਟ ਕਰਦੇ ਰਹੇ, ਬੀਜ ਬਣਾ ਲਿਆ, ਨਰਸਰੀ ਉਗਾ ਲਈ, ਪਰ ਮੈਨੂੰ ਵੇਚਣ ਦਾ ਬਿਲਕੁਲ ਨਹੀਂ ਸੀ ਪਤਾ। ਮੈਂ KVK ਦੇ ਮੇਲੇ ਤੇ ਪਹਿਲੀ ਵਾਰੀ ਨਰਸਰੀ 1998 ਵਿੱਚ ਰੱਖੀ, ਥੋੜ੍ਹੀ ਜੀ 200-400 ਪੇੜ, ਤੇ ਉੱਥੋਂ ਮੈਨੂੰ ਪਤਾ ਲੱਗਿਆ ਵੀ ਨਰਸਰੀ ਕਿਵੇਂ ਵੇਚਣੀ ਹੈ। ਤੇ ਉੱਥੇ ਮੈਨੂੰ ਉਹਨਾਂ ਨੇ KVK ਵੱਲੋਂ ਇੱਕ ਛੋਟਾ ਜਿਹਾ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ, ਤੇ ਨਾਲ ਡਾਕਟਰ ਸਾਹਿਬ ਨੇ ਮੇਰੀ ਸਪੋਰਟ ਕਰਤੀ। ਸਟੇਜ ਤੋਂ ਕਹਿਤਾ ਵੀ ਜਿਹੜੀ ਇਹਨਾਂ ਦੀ ਨਰਸਰੀ ਤੇ ਇਹਨਾਂ ਦਾ ਬੀਜ ਬਣਾਇਆ ਵਾ ਉਹ ਮੇਰੀ ਨਿਗਰਾਨੀ ਹੇਠਾਂ ਬਣਾਇਆ ਵਾ। ਜਦੋਂ ਉਹਨਾਂ ਨੇ ਇਹ ਇੱਕ ਵਾਰੀ ਅਨਾਉਂਸ ਕਰਤਾ, ਉਹਨਾਂ ਦਾ ਨਾਮ ਬਹੁਤ ਵੱਡਾ ਸੀ। ਮੇਰੇ ਕੋਲ ਦੂਜੇ ਦਿਨ ਗਾਹਕਾਂ ਦੀ ਲਾਈਨ ਲੱਗ ਗਈ, ਕਾਫੀ ਜਾਣ ਪਹਿਚਾਣ ਹੋ ਗਈ। ਮੇਰੇ ਕੋਲ ਇੱਕ ਗਾਹਕ ਬਨੂੜ ਤੋਂ ਸਰ ਅਮਰੀਕ ਸਿੰਘ ਜੀ ਆਏ, ਤੇ ਉਹ ਮੈਨੂੰ ਕਹਿਣ ਲੱਗੇ ਤੂੰ ਨਰਸਰੀ ਕਿਵੇਂ ਵੇਚਦਾ ਹੈ? ਮੈਂ ਕਿਹਾ ਸਰ ਜੀ ਮੈਂ ਨਰਸਰੀ ਉਗਾਤਾ ਲਈ, ਪਰ ਮੈਨੂੰ ਵੇਚਣੀ ਨਹੀਂ ਆਉਂਦੀ। ਉਹ ਕਹਿੰਦੇ ਇੱਦਾਂ ਘਰ ਬੈਠ ਕੇ ਤਾਂ ਵਿਕਣੀ, ਤੂੰ ਬਾਹਰ ਨਿਕਲ। ਮੈਂ ਕਿਹਾ ਬਾਹਰ ਕਿਹਦੇ ਕੋਲੇ ਨਿਕਲਾਂ? ਕਹਿੰਦੇ ਮਾਰਕੀਟ ਬਨੂੜ ਇਹਦੀ ਬਹੁਤ ਵੱਡੀ ਮਾਰਕੀਟ ਹੈ, ਤੇ ਤੂੰ ਬਨੂੜ ਚੱਲ। ਮੈਂ ਹੋਰ ਤਾਂ ਕਿਸੇ ਨੂੰ ਜਾਣਦਾ ਸੀ। ਮੈਂ ਦੂਜੇ ਦਿਨ ਮੇਰੇ ਕੋਲੇ ਗੱਡੀ ਹੈਗੀ ਸੀ, ਮੈਂ ਉਹਨਾਂ ਕੋਲ ਹੀ ਚਲਾ ਗਿਆ, ਤੇ ਉਹਨਾਂ ਨੇ ਮੇਰੀ ਮਦਦ ਕੀਤੀ, ਕਾਫੀ ਜਾਣ ਪਹਿਚਾਣ ਕਰਾਤੀ। ਫਿਰ ਹੌਲੀ ਹੌਲੀ ਇੱਕ ਵਾਰੀ ਉਹਨੇ ਉਂਗਲੀ ਫੜਾਤੀ, ਬਾਂਹ ਤਾਂ ਫਿਰ ਆਪ ਹੀ ਫੜਨੀ। ਬਾਕੀ ਕੁਆਲਿਟੀ ਦੇ ਨਾਲ ਸਮਝੌਤਾ ਨਹੀਂ ਕੀਤਾ, ਕੁਆਲਿਟੀ ਵਧੀਆ ਦਿੱਤੀ, ਲੋਕ ਸਾਡੇ ਨਾਲ ਜੁੜਦੇ ਗਏ। ਤੁਸੀਂ ਯੂਪੀ ਤੱਕ ਕਿਵੇਂ ਪਹੁੰਚੇ ਹੋ? ਯੂਪੀ ਵਿੱਚੋਂ ਇੱਕ ਬੰਦਾ ਮੇਰੇ ਕੋਲੇ ਨਰਸਰੀ ਲੈਣ ਆਇਆ ਸੀ। ਉਹਨੂੰ ਕਿੱਥੋਂ ਪਤਾ ਲੱਗਿਆ? ਉਹਨੂੰ ਪਤਾ ਨਹੀਂ ਕਿੱਦਾਂ ਪਤਾ ਲੱਗਿਆ। ਸਭ ਤੋਂ ਪਹਿਲਾਂ ਉਹ ਮੇਰੇ ਕੋਲੇ ਨਰਸਰੀ ਲੈਣ ਆਇਆ ਸੀ। ਉਹ 1 ਕਿੱਲੇ ਦੀ ਨਰਸਰੀ ਲੈ ਕੇ ਗਿਆ, ਉਹਨੇ ਉੱਥੇ ਕਾਫੀ ਰੌਲਾ ਪਾਇਆ, ਬਹੁਤ ਵਧੀਆ ਫਸਲ ਹੋਈ। ਉਸ ਤੋਂ ਮਗਰੋਂ ਮੇਰੇ ਉੱਥੇ ਰਿਸ਼ਤੇਦਾਰ ਨੇ, ਉਹਨਾਂ ਨੇ ਅਗਲੇ ਸਾਲ 1 ਕਿੱਲਾ ਲਾਇਆ, ਤੇ ਉਹਨਾਂ ਦੀ ਮਿਰਚਾਂ ਵੀ ਕੁਛ ਮੈਂ ਦੇਖ ਰੇਖ ਕਰਾਈ, ਬਹੁਤ ਵਧੀਆ ਹੋਈਆਂ। ਬਸ ਉੱਥੋਂ ਐਡ ਆਪਣੇ ਆਪ ਕੁਦਰਤੀ ਤੌਰ ਤੇ ਐਡ ਹੁੰਦੀ ਗਈ, ਗਾਹਕ ਜੁੜਦੇ ਗਏ। ਹੁਣ ਤਾਂ ਮਤਲਬ ਇੱਦਾਂ ਦੇ ਰਿਲੇਸ਼ਨ ਨੇ ਵੀ ਰਿਸ਼ਤੇਦਾਰਾਂ ਨਾਲੋਂ ਵੀ ਨੇੜਲੇ ਰਿਲੇਸ਼ਨ ਯੂਪੀ ਦੇ ਲੋਕਾਂ ਦੇ ਨਾਲ ਨੇ ਜੀ। ਜੀ, ਤੇ ਹੁਣ ਗਾਹਕ ਆਪਣੇ ਆਪ ਤੁਹਾਡੇ ਕੋਲੇ ਪਹੁੰਚਦਾ ਹੈ ਜਾਂ ਉਹਨਾਂ ਨੂੰ ਸਪਲਾਈ ਕਰਦੇ ਹੋ? ਨਹੀਂ, ਗਾਹਕ ਸਿਰਫ ਸਾਨੂੰ ਫੋਨ ਕਰਦਾ ਹੈ ਵੀ ਮੈਨੂੰ ਮੇਰੀ ਇੰਨੀ ਨਰਸਰੀ ਰੱਖ ਲਿਓ ਜੀ, ਤੇ ਇਸ ਡੇਟ ਤੇ ਮੈਨੂੰ ਚਾਹੀਦੀ ਹੈ ਜੀ। ਅਸੀਂ ਉਹਨਾਂ ਨੂੰ, ਮੇਰੇ ਕੋਲ ਪਿਕਅਪ ਵੈਨ ਰੱਖੀ ਵੀ ਹੈ, ਤੇ ਮੈਂ ਆਪ ਉੱਥੋਂ ਉਹਨਾਂ ਦੀ ਨਰਸਰੀ ਲੈ ਕੇ, ਇੱਕ ਭਰੋਸਾ ਜਿਹਨੇ ਸਾਨੂੰ ਫੋਨ ਕਰਤਾ ਉਹ ਸਾਡੇ ਤੋਂ ਲਊਗਾ, ਤੇ ਉਹਨਾਂ ਦਾ ਵੀ ਭਰੋਸਾ ਵੀ ਜੇ ਅਸੀਂ ਹਰਬੰਸ ਸਿੰਘ ਨੂੰ ਫੋਨ ਕਰਤਾ ਤਾਂ ਸਾਨੂੰ ਮਾਲ ਮਿਲੂਗਾ। ਹਰਬੰਸ ਸਿੰਘ ਜੀ, ਇਹ ਕੰਮ ਆਪਣੇ ਆਪ ਦੇ ਵਿੱਚ ਪੂਰਾ ਕੰਮ ਹੈ, ਮਾਰਕੀਟਿੰਗ ਦਾ ਕੰਮ ਵੱਖਰਾ ਹੈ ਤੇ ਨਰਸਰੀ ਨੂੰ ਪੈਦਾ ਕਰਨ ਦਾ ਵੱਖਰਾ ਹੈ। ਕਿਵੇਂ ਵੰਡਿਆ ਹੋਇਆ ਕੰਮ ਤੁਸੀਂ? ਮੈਂ ਜ਼ਿਆਦਾ ਕੰਮ ਸਾਰਾ ਸਾਲ ਮਾਰਕੀਟਿੰਗ ਦਾ ਹੀ ਦੇਖਦਾ, ਤੇ ਮੇਰਾ ਬ੍ਰਦਰ ਹੈ ਸਰ ਕਰਮ ਸਿੰਘ, ਮੇਰੇ ਤੋਂ ਛੋਟਾ ਹੈ ਜੀ। ਇਹ ਸਾਰਾ ਕੰਮ ਫਾਰਮ ਦਾ ਦੇਖਦਾ, ਸਬਜ਼ੀਆਂ ਦਾ ਤੇ ਨਰਸਰੀਆਂ ਦਾ। ਇਹ ਨਾਲ ਮੇਰਾ ਬੇਟਾ ਖੜਾ ਸੰਦੀਪ ਸਿੰਘ ਜੀ, ਇੱਥੇ ਖੜਾ, ਪਿੱਛੇ ਮੇਰਾ ਬੇਟਾ ਵੱਡਾ ਖੜਾ ਸੰਦੀਪ ਸਿੰਘ ਜੀ। ਇਹ ਸਾਰੀ ਹੋਰ ਐਗਰੀਕਲਚਰ ਜਿਵੇਂ ਅਸੀਂ 50 ਕਿੱਲਾ ਆਲੂ ਲਾਏ ਹੋਏ ਨੇ, ਕੀ ਹੋਰ ਫਸਲਾਂ, ਮੱਕੀ ਹੁੰਦੀ ਹੈ, ਝੋਨਾ ਹੁੰਦਾ, ਇਹ ਦੇਖਦਾ। ਪਰ ਜਿੱਥੇ ਸਾਨੂੰ ਨਰਸਰੀਆਂ ਵਿੱਚ ਲੋੜ ਪੈਂਦੀ ਆ ਜਾਂ ਕਿਸੇ ਹੋਰ ਕੰਮਾਂ ਵਿੱਚ ਲੋੜ ਪੈਂਦੀ, ਉੱਥੇ ਸਾਡੀ ਸਪੋਰਟ ਵੀ ਪੂਰੀ ਕਰਦਾ। ਤੇ ਹੁਣ ਤੁਸੀਂ ਕੁੱਲ ਖੇਤੀ ਕਿੰਨੀ ਕਰ ਰਹੇ ਹੋ? ਹੁਣ ਸਾਡੇ ਕੋਲੇ 30 ਕਿੱਲੇ ਜ਼ਮੀਨ ਆਪਣੇ ਨੇ, 20 ਕਿੱਲੇ ਰੈਂਟ ਤੇ ਨੇ। ਹੁਣ ਅਸੀਂ 50 ਕਿੱਲਿਆਂ ਦੀ ਖੇਤੀ ਕਰਦੇ ਹਾਂ ਕਾਫੀ ਲੰਬੇ ਸਮੇਂ ਤੋਂ। ਕਰਮ ਸਿੰਘ ਜੀ, ਤੁਸੀਂ ਵੱਡਾ ਕੰਮ ਤੇ ਤੁਸੀਂ ਕਰਦੇ ਹੋ ਕਿ ਪੈਦਾ ਕਰਨੀ ਨਰਸਰੀ ਔਰ ਉਹਦੀ ਦੇਖਭਾਲ ਕਰਕੇ ਉਹਦੀ ਕੁਆਲਿਟੀ ਮੇਨਟੇਨ ਕਰਨੀ, ਕਿਵੇਂ ਮੇਨਟੇਨ ਕਰ ਰਹੇ ਹੋ? ਤੁਸੀਂ ਵੀ ਟ੍ਰੇਨਿੰਗ ਲਈ ਆ ਜਾਂ ਤੁਹਾਨੂੰ ਭਾਈ ਸਾਹਿਬ ਨੇ ਸਭ ਕੁਝ ਟ੍ਰੇਨ ਕਰ ਦਿੱਤਾ? ਜ਼ਿਆਦਾ ਭਾਈ ਸਾਹਿਬ ਤੋਂ ਕੀਤੀਆਂ ਨੇ ਜੀ। ਥੋੜੀਆਂ KVK ਰੌਣੀ ਫਾਰਮ ਤੋਂ ਕੀਤੀਆਂ ਸੀ। ਅੱਛਾ, ਤੁਸੀਂ ਵੀ ਰੌਣੀ ਫਾਰਮ ਤੋਂ ਟ੍ਰੇਨਿੰਗ ਲਈ ਹੈ? ਹਾਂਜੀ ਜੀ। ਤੇ ਜਿਹੜੀ ਮੈਨੇਜਮੈਂਟ ਹੈ ਹੁਣ ਤਾਂ ਕੋਈ ਖਾਸ ਗੱਲ ਹੈ ਹੀ ਨਹੀਂ। ਅੱਛਾ, ਕੀ ਕੋਈ ਖਾਸ ਗੱਲ ਕਿਸੇ ਨਾਲ ਸਾਂਝੀ ਕਰਨੀ ਚਾਹੁੰਦੇ ਵੀ ਮੈਨੇਜਮੈਂਟ ਦੇ ਵਿੱਚ ਕੀ ਫੰਡਾ ਹੈ ਕੋਈ? ਅਸੀਂ ਆਪਸ ਵਿੱਚ ਦੋਨੋਂ ਜਣੇ, ਜਾਂ ਸਾਡਾ ਭਤੀਜਾ ਹੈਗਾ ਜੀ ਸੰਦੀਪ ਸਿੰਘ, ਇਹਦੇ ਨਾਲ ਰਲ ਮਿਲ ਕੇ ਕੰਮ ਕਰਦੇ ਹੋ। ਮਤਲਬ ਇਹ ਫੰਡਾ ਹੈ ਕਿ ਰਲ ਮਿਲ ਕੇ ਜਿਹੜਾ ਤੁਸੀਂ ਕੰਮ ਕਰਦੇ ਹੋ ਉਹਦੇ ਵਿੱਚੋਂ ਆਪਣੇ ਆਪ ਮੈਨੇਜਮੈਂਟ ਦੇ ਫੰਡੇ ਉਹ ਨਿਕਲ ਆਉਂਦੇ ਆ। ਇਹਨਾਂ ਦਾ ਬੇਟਾ, ਅਸੀਂ ਇਹਨਾਂ ਨਾਲ ਵੀ ਗੱਲ ਕਰਨੀ ਚਾਹਾਂਗੇ। ਕੀ ਨਾਂ ਤੁਹਾਡਾ? ਸੰਦੀਪ ਸਿੰਘ ਜੀ। ਸੰਦੀਪ ਜੀ, ਤੁਸੀਂ ਵੇਖੋ ਪੰਜਾਬ ਦੇ ਨੌਜਵਾਨਾਂ ਦੀ ਇੱਕੋ ਹੀ ਖਿੱਚ ਹੈ ਕਿ ਜੀ ਅਸੀਂ ਫਟਾਫਟ IELTS ਕਰੀਏ, ਹਾਂਜੀ, ਪਾਸਪੋਰਟ ਬਣਾਈਏ ਤੇ ਬਾਹਰ ਚਲੇ ਜਾਈਏ। ਤੇ ਹਾਲਾਂਕਿ ਤੁਹਾਡੇ 2 ਬ੍ਰਦਰ ਗਏ ਵੀ ਹੋਏ ਨੇ, ਹਾਂਜੀ। ਤੁਹਾਡਾ ਨਹੀਂ ਦਿਲ ਕਰਦਾ ਕਿ ਮੈਂ ਵੀ ਉੱਥੇ ਜਾ ਵਸਾਂ? ਨਹੀਂ ਜੀ, ਬਿਲਕੁਲ ਨਹੀਂ ਕਰਦਾ। ਹਾਲਾਂਕਿ ਮੈਂ ਉਹਨਾਂ ਨੂੰ ਉਰੇ ਜ਼ਿਆਦਾ ਰੁਪਏ ਕਮਾ ਲੈਣਾ। ਅੱਛਾ, ਹਾਂਜੀ। ਸੋ ਤੁਸੀਂ, ਤਸੱਲੀ ਹੈ ਤੁਹਾਨੂੰ ਜੋ ਹਰਬੰਸ ਸਿੰਘ ਜੀ ਨੇ ਕੰਮ ਤੁਹਾਡੇ ਲਈ ਐਸਟੈਬਲਿਸ਼ ਕਰ ਦਿੱਤਾ ਹੈ, ਉਸ ਤੋਂ ਤਸੱਲੀ ਹੈ ਤੁਹਾਡੀ? ਬਿਲਕੁਲ ਜੀ। ਜੀ। ਸਹੀ। ਇਹ ਤੁਹਾਡੇ ਦੋਸਤ ਨੇ? ਹਾਂਜੀ ਜੀ। ਕੀ ਨਾਂ ਹੈ ਤੁਹਾਡਾ? ਸਰਬਜੀਤ ਸਿੰਘ ਜੀ। ਸਰਬਜੀਤ ਜੀ, ਤੁਸੀਂ ਆਪਣੇ ਦੋਸਤ ਨਾਲ, ਮੈਨੂੰ ਪਤਾ ਹੈ ਹਰਬੰਸ ਸਿੰਘ ਜੀ ਕਹਿ ਰਹੇ ਸੀ ਕਿ ਤੁਸੀਂ ਇਹਨਾਂ ਦੇ ਬੇਟੇ ਵਰਗੇ ਹੀ ਹੋ। ਹਾਂਜੀ। ਤੁਸੀਂ ਕੀ ਵੇਖਦੇ ਹੋ ਕਿ ਇਹ ਸੱਚਮੁੱਚ ਜੋ ਕਿਹਾ ਜਾਂਦਾ ਹੈ ਕਿ ਪੰਜਾਬ ਦੀ ਖੇਤੀ ਬੜੀ ਉਹ ਹੋ ਗਈ ਹੈ, ਸਾਡੇ ਉੱਤੇ ਭਾਰੂ ਪੈਣ ਲੱਗ ਪਈ ਹੈ, ਖਰਚੇ ਵੱਧ ਗਏ ਹੈ, ਕੀ ਇਹ ਇੱਕ ਮਾਡਲ ਹੈ ਸਾਡੇ ਕੋਲੇ ਕਿ ਅਸੀਂ ਇਸ ਚੋਂ ਨਿਕਲ ਸਕਦੇ ਹਾਂ? ਜੋ ਖਰਚੇ ਵੱਧ ਰਹੇ ਨੇ, ਸੰਕਟ 'ਚ ਪਈ ਹੋਈ ਹੈ, ਅਸੀਂ ਕੋਈ ਦੂਸਰਾ ਅਖਤਿਆਰ ਕਰਕੇ ਖੇਤੀ ਦਾ ਢੰਗ, ਤੇ ਅਸੀਂ ਉਸ ਸੰਕਟ 'ਚੋਂ ਨਿਕਲ ਸਕਦੇ ਹਾਂ? ਹਾਂਜੀ ਸਰ, ਇਹੀ ਹੈ ਨਾ ਵੀ ਇਸ ਪਰਿਵਾਰ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਵੀ ਜੇ ਆਪਾਂ ਖੇਤੀ ਦੇ ਵਿੱਚ ਆਪਣੀ ਮਿਹਨਤ ਕਰਾਂਗੇ, ਖੇਤੀ ਦੀ ਮੈਨੇਜਮੈਂਟ ਪ੍ਰੋਪਰਲੀ
ਖੇਤੀ ਨੂੰ ਆਪਣਾ ਬਿਜ਼ਨਸ ਲੈ ਕੇ ਚੱਲਾਂਗੇ, ਉਹ ਆਪਾਂ ਨੂੰ ਇਹ ਪ੍ਰੋਫਿਟ ਦੇਣਾ ਹੀ ਦੇਣਾ ਖੇਤੀ। ਜੀ, ਇਹ ਦੇਖੋ ਬਹੁਤ ਵਧੀਆ ਗੱਲ ਕੀਤੀ ਹੈ ਇਹਨਾਂ ਨੇ ਕਿ ਖੇਤੀ ਨੂੰ ਬਿਜ਼ਨਸ ਮੰਨਣਾ ਪੈਣਾ ਹੁਣ ਸਾਨੂੰ, ਉਹ ਨਹੀਂ ਕਿ ਅਸੀਂ ਪੈਦਾ ਕੀਤੀ ਤੇ ਮੰਡੀ ਸੁੱਟ ਆਏ। ਔਰ ਹਰਬੰਸ ਸਿੰਘ ਜੀ ਨੇ ਇਹ ਮਾਡਲ ਦਿੱਤਾ ਹੋਇਆ ਕਿ ਮੈਨੇਜਮੈਂਟ ਦੇ ਲਈ, ਖੇਤੀ ਪੈਦਾਵਾਰ ਦੇ ਲਈ ਵੱਖਰਾ ਪ੍ਰਬੰਧ ਹੈ। ਘਰ ਦੇ ਵਿੱਚ ਉਹਨਾਂ ਦੇ ਬ੍ਰਦਰ ਕਰ ਰਹੇ ਨੇ, ਕਰਮ ਸਿੰਘ ਹੋਣੀ, ਬੇਟਾ ਉਹਨਾਂ ਦਾ ਨਾਲ ਸੰਦੀਪ ਕਰਾ ਰਿਹਾ, ਔਰ ਉਹ ਮਾਰਕੀਟਿੰਗ ਦਾ ਕੰਮ ਬਾਹਰ ਕਰ ਰਿਹਾ। ਅਸੀਂ ਬਹੁਤ ਵਾਰੀ ਪਹਿਲਾਂ ਵੀ ਕਿਸਾਨਾਂ ਨੂੰ ਇਹ ਗੱਲ ਕਰ ਚੁੱਕੇ ਹਾਂ ਕਿ ਹੁਣ ਸਾਨੂੰ ਬਿਜ਼ਨਸਮੈਨ ਬਣਨ ਦੀ ਲੋੜ ਹੈਗੀ ਹੈ। ਹਰਬੰਸ ਸਿੰਘ ਜੀ, ਤੁਹਾਨੂੰ ਕੀ ਲੱਗਦਾ ਕਿ ਅਗਰ ਦੂਸਰੇ ਫਾਰਮਰ ਕੋਈ ਛੋਟੇ ਪੱਧਰ ਤੇ ਵੀ ਇਹ ਕੰਮ ਸ਼ੁਰੂ ਕਰਨਾ ਹੈ ਤਾਂ ਉਹ ਕਾਮਯਾਬ ਹੋ ਸਕਦਾ? ਬਿਲਕੁਲ ਹੋ ਸਕਦਾ ਜੀ। ਅਸੀਂ 100 ਗ੍ਰਾਮ ਤੋਂ ਸਟਾਰਟ ਕੀਤਾ, ਜੇ ਅਸੀਂ 100 ਗ੍ਰਾਮ ਤੋਂ ਸਟਾਰਟ ਕਰਕੇ ਵੱਡੇ ਪੱਧਰ ਤੇ ਇਹਨੂੰ ਕਾਮਯਾਬ ਕਰ ਸਕਦੇ ਹਾਂ ਤਾਂ ਸਾਡੇ ਵਰਗੇ ਇਨਸਾਨ ਉਹ ਨੇ। ਅੱਛਾ, ਇਹਦੇ ਵਿੱਚ ਸਾਡੀਆਂ ਯੂਨੀਵਰਸਿਟੀਜ਼ ਦੀਆਂ ਜਾਂ ਜੋ ਦੂਸਰੇ ਰਿਸਰਚ ਇੰਸਟੀਚਿਊਟ ਨੇ ਜਾਂ ਸਰਕਾਰੀ ਵਿਭਾਗ ਨੇ, ਤੁਸੀਂ ਇਹਨਾਂ ਦਾ ਰੋਲ ਕਿਤੇ ਦੇਖਦੇ ਹੋ ਕਿ ਕਿੱਥੇ ਉਹਨਾਂ ਦਾ ਰੋਲ ਠੀਕ ਰਿਹਾ ਤੇ ਕਿੱਥੇ ਉਹ ਵਿਭਾਗ ਜੇ ਉਹ ਫੇਲ ਹੋਏ ਨੇ? ਸਭ ਤੋਂ ਜ਼ਿਆਦਾ ਯੋਗਦਾਨ ਲੁਧਿਆਣਾ ਯੂਨੀਵਰਸਿਟੀ ਦਾ ਜੀ, ਤੇ ਸੈਕੰਡਲੀ ਬਾਗਬਾਨੀ ਵਿਭਾਗ ਦਾ ਜੀ, ਤੇ ਐਗਰੀਕਲਚਰ ਡਿਪਾਰਟਮੈਂਟ ਕੋਈ ਸੰਦ ਲੈ ਲਿਆ ਉਹਦੇ ਤੇ ਸਬਸਿਡੀ ਦਾ ਦੇ ਦਿੰਦਾ, ਹੋਰ ਉਹਨਾਂ ਦਾ ਕੋਈ ਬਹੁਤਾ ਵੱਡਾ ਰੋਲ ਨਹੀਂ ਹੈਗਾ। ਸਿਰਫ ਸਬਸਿਡੀਆਂ ਤੱਕ ਹੈ? ਸਬਸਿਡੀ ਤੱਕ ਹੀ ਹੈ, ਹੋਰ ਐਗਰੀਕਲਚਰ ਡਿਪਾਰਟਮੈਂਟ ਦਾ ਕੋਈ ਬਹੁਤ ਵੱਡਾ ਰੋਲ ਨਹੀਂ ਹੈਗਾ। ਬਾਗਬਾਨੀ ਵਿਭਾਗ ਦਾ ਕਾਫੀ ਰੋਲ ਹੈਗਾ। ਸਭ ਤੋਂ ਜ਼ਿਆਦਾ ਵੱਡਾ ਰੋਲ ਹੈਗਾ ਯੂਨੀਵਰਸਿਟੀ ਦਾ, KVK ਤੇ ਨਾਲ KVK ਨਾਲ। ਸੋ ਇਹ ਆ ਕਿ ਤੁਸੀਂ ਮੇਲਿਆਂ 'ਚ ਜਾਂਦੇ ਰਹੇ ਹੋ, KVK ਜੁੜੇ ਰਹੇ ਹੋ। ਬਿਰੜਵਾਲ ਸਾਹਿਬ ਨੂੰ ਮੁੱਖ ਮੰਤਰੀ ਸਨਮਾਨ ਵੀ ਮਿਲ ਚੁੱਕਿਆ ਹੋਇਆ, ਰਾਸ਼ਟਰੀ ਪੱਧਰ ਦੇ ਸਨਮਾਨ ਇਹਨਾਂ ਨੂੰ ਮਿਲ ਚੁੱਕੇ ਹੋਏ ਆ। ਬਹੁਤ ਥਾਵਾਂ ਦੇ ਉੱਤੇ ਇਹ ਵਿਜ਼ਿਟ ਵੀ ਕਰ ਚੁੱਕੇ ਆ, ਬਹੁਤ ਸਾਰੇ ਕਿਸਾਨ ਵੀ ਇਹਨਾਂ ਨੂੰ ਮਿਲਣ ਆਉਂਦੇ ਆ। ਸੋ ਦੂਸਰੇ ਕਿਸਾਨਾਂ ਨੂੰ, ਜਿਹੜੇ ਲੋਕ ਇਸ ਵਕਤ ਜੂਝ ਰਹੇ ਨੇ ਖੇਤੀ ਦੇ ਸੰਕਟ ਦੇ ਵਿੱਚ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਵੀ? ਤਾਂ ਕਿ ਕੋਈ ਜ਼ਰੂਰੀ ਨਹੀਂ ਸਾਰੇ ਮਿਰਚਾਂ ਦੀ ਪਨੀਰੀ ਲਾਉਣ ਜਾਂ ਪਿਆਜ਼ਾਂ ਦੀ ਪਨੀਰੀ ਲਾ ਕੇ ਅੱਗੇ ਆਉਣਾ, ਸਾਰਿਆਂ ਨੇ ਹੋਰ ਕੰਮ ਵੀ ਬੜੇ ਨੇ। ਜੇ ਆਪਾਂ ਦੇਖਿਆ ਜਾਵੇ, ਜਿੱਦਾਂ ਹੁਣ ਯੂਨੀਵਰਸਿਟੀਆਂ ਸਰਕਾਰਾਂ ਕਹਿੰਦੀਆਂ ਨੇ ਡਿਵਰਸੀਫਿਕੇਸ਼ਨ ਵੱਲ ਆਓ, ਸਾਰੇ ਫਾਰਮਰ ਡਿਵਰਸੀਫਿਕੇਸ਼ਨ ਵੱਲ ਨੂੰ ਆਉਣਾ ਚਾਹੁੰਦੇ ਨੇ, ਸਾਰੇ ਜਾਣਦੇ ਨੇ, ਇੱਦਾਂ ਦੀ ਕੋਈ ਗੱਲ ਨਹੀਂ ਵੀ ਫਾਰਮਰ ਅਣਜਾਣ ਹੈ, ਫਾਰਮਰ ਨੂੰ ਸਾਰਾ ਕੁਝ ਪਤਾ ਹੈ। ਪਰ ਜਦੋਂ ਡਿਵਰਸੀਫਿਕੇਸ਼ਨ ਵੱਲ ਨੂੰ ਆਉਂਦੇ ਨੇ ਤਦ ਉਹਨਾਂ ਨੇ ਕੋਈ ਵੀ ਪ੍ਰੋਡਕਟ ਪੈਦਾ ਕਰ, ਉਹਦੀ ਫਸਲ ਪੈਦਾ ਕਰ ਲਈ, ਪ੍ਰੋਡਕਟ ਪੈਦਾ ਕਰ ਲਿਆ, ਉਹਦੀ ਮਾਰਕੀਟਿੰਗ 'ਤੇ ਆ ਕੇ ਕੰਮ ਫਸ ਜਾਂਦਾ, ਕਿਉਂਕਿ ਸਰਕਾਰ ਉਹਨਾਂ ਦੀ ਰੌਲਾ ਪਾਉਂਦੀ ਹੈ, ਸਰਕਾਰ ਵੀ ਡਿਵਰਸੀਫਿਕੇਸ਼ਨ ਕਰੋ, ਡਿਵਰਸੀਫਿਕੇਸ਼ਨ ਕਰੋ। ਸਰਕਾਰ ਕਿਸੇ ਵੀ ਫਾਰਮਰ ਦੀ ਬਾਂਹ ਨਹੀਂ ਫੜਦੀ ਡਿਵਰਸੀਫਾਈ ਹੋਣ ਵਾਸਤੇ। ਉਹ ਵਿਚਾਰਾ ਇੰਨੀ ਮਿਹਨਤ ਕਰਦਾ, ਇੰਨੀ ਮਿਹਨਤ ਕਰਕੇ ਉਹਦਾ ਮਾਲ ਵਿਕਿਆ ਨਹੀਂ ਹੈਗਾ, ਤਾਂ ਮਾਲ ਵਿਕਿਆ ਨਹੀਂ, ਬਹੁਤ ਪਿੱਛੇ ਚਲਾ ਜਾਂਦਾ, ਬਹੁਤ ਪਿੱਛੇ ਰਹਿ ਜਾਂਦਾ, ਉਹਦਾ ਮਨ ਟੁੱਟ ਜਾਂਦਾ, ਉਹ ਵੀ ਹੁਣ ਮੈਂ ਕੀ ਕਰਾਂ। ਫਿਰ ਉਹ ਵਿਚਾਰਾ ਕਣਕ ਝੋਨੇ 'ਤੇ ਹੀ ਆ ਜਾਂਦਾ। ਸਰਕਾਰਾਂ ਨੂੰ ਨੌਜਵਾਨ ਮੁੰਡਿਆਂ ਦੀ ਬਾਂਹ ਫੜਨੀ ਚਾਹੀਦੀ ਹੈ ਵੀ ਤੁਸੀਂ ਕਣਕ ਛੱਡ ਕੇ ਝੋਨਾ ਛੱਡ ਕੇ ਹੋਰ ਫਸਲ ਪੈਦਾ ਕਰੋ, ਅਸੀਂ ਗਰੰਟੀ ਕਰਦੇ ਅਸੀਂ ਖਰੀਦਾਂਗੇ। ਜਦੋਂ ਮਾਲ ਵਿਕਦਾ ਨਹੀਂ, ਵਿਚਾਰਾ ਫਿਰ ਪਿੱਛੇ ਰਹਿ ਜਾਂਦਾ। ਇਹਨੂੰ ਕਿਸਾਨ ਨੂੰ ਉੱਪਰ ਚੱਕਣ ਵਾਸਤੇ ਸਰਕਾਰ ਹੀ ਵਧੀਆ ਰੋਲ ਕਰੇ। ਬਾਕੀ ਰਹਿ ਗਿਆ, ਜਿਸ ਤਰ੍ਹਾਂ ਸਰਕਾਰ ਜਿਹੜੇ ਬੱਚੇ ਨਵੇਂ ਕੰਮ ਕਰਦੇ ਨੇ, ਕਦੇ ਮੈਂ ਵੀ ਕੀਤਾ ਸੀ, ਸਾਨੂੰ ਅਵਾਰਡ ਦੇ ਕੇ ਸਨਮਾਨਿਤ ਕਰਤਾ, ਉਹ ਇੱਕ ਅਵਾਰਡ ਤੱਕ ਹੀ ਸੀਮਿਤ ਰਹਿ ਜਾਂਦਾ। ਕੋਈ ਡਿਪਾਰਟਮੈਂਟ, ਕੋਈ ਸਰਕਾਰ ਉਹ ਅਵਾਰਡੀ ਬੰਦੇ ਦੀ ਵੀ ਕੋਈ ਮਦਦ ਨਹੀਂ ਕਰਦੀ। ਸੋ ਤੁਸੀਂ ਹਰਬੰਸ ਸਿੰਘ ਬਿਰੜਵਾਲ ਹੋਣਾ ਤੋਂ ਉਹਨਾਂ ਦੀ ਕਹਾਣੀ ਸੁਣੀ ਹੈ। ਉਹ ਆਪਣੇ ਆਪ ਦੇ ਵਿੱਚ ਇੱਕ ਗੱਲ ਦੱਸ ਰਹੇ ਨੇ ਕਿ ਜਿੰਨਾ ਚਿਰ ਅਸੀਂ ਵਿਗਿਆਨ ਦੇ ਨਾਲ ਨਹੀਂ ਜੁੜਦੇ, ਜੋ ਯੂਨੀਵਰਸਿਟੀਜ਼ ਨੇ ਉਹਨਾਂ ਨਾਲ ਨਹੀਂ ਜੁੜਦੇ, ਉਹਨਾਂ ਚਿਰ ਖੇਤੀ ਦੇ ਵਿੱਚ ਅੱਗੇ ਨਹੀਂ ਵਧਿਆ ਜਾ ਸਕਦਾ, ਕਿਉਂਕਿ ਖੇਤੀ ਹੁਣ ਪੁਰਾਣੇ ਸਮੇਂ ਵਾਲੀ ਖੇਤੀ ਨਹੀਂ ਰਹਿ ਗਈ। ਇਹਦੇ ਲਈ ਬਹੁਤ ਜ਼ਰੂਰੀ ਹੈ ਟੈਕਨੀਕ ਨੂੰ ਅਪਣਾਉਣਾ। ਔਰ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਦੇ ਸਾਰੇ ਫਾਰਮ ਹਾਊਸ ਦੇ ਵਿੱਚ ਲੋਹ ਟਨਲ ਨਾਲ ਜਿਹੜੀਆਂ ਨੇ ਉਹ ਪਨੀਰੀ ਉਗਾਈ ਜਾ ਰਹੀ ਹੈ। ਇਸੇ ਤੁਸੀਂ ਇਹਨਾਂ ਦੇ ਘਰ ਵਿੱਚ ਦੇਖੋਗੇ ਇਹਨਾਂ ਦੇ ਜਿਹੜੇ ਸਮਾਨ ਹੈ ਇਹਨਾਂ ਕੋਲ, ਇਹਨਾਂ ਨੇ ਆਪਣੀ ਛੋਟਾ ਜਿਹਾ ਕਿਚਨ ਗਾਰਡਨ ਵੀ ਬਣਾਇਆ ਹੋਇਆ ਹੈ, ਆਪਣਾ ਗੋਬਰ ਗੈਸ ਪਲਾਂਟ ਇਹਨਾਂ ਦੇ ਕੋਲੇ ਹੈ। ਇਸੇ ਤਰ੍ਹਾਂ ਇਹਨਾਂ ਨੇ ਜੋ ਸਮਾਨ ਬਾਕੀ ਹੈ, ਕੁਝ ਨਵੇਂ ਚੀਜ਼ਾਂ ਵੀ ਆਪ ਬਣਾਈਆਂ ਹੋਈਆਂ ਨੇ। ਟਰਾਲੀ ਨੂੰ ਰੇਹ ਨਾਲ ਭਰਨ ਵਾਸਤੇ ਇੱਕ ਆਪਣਾ ਜੁਗਾੜ ਬਣਾਇਆ ਇਹਨਾਂ ਨੇ, ਆਪਣੇ ਟਰੈਕਟਰ, ਟਰਾਲੀਆਂ, ਸਾਰਾ ਕੁਝ ਰੱਖਿਆ ਹੋਇਆ। ਭਾਵ ਕਿ ਹੌਲੀ ਹੌਲੀ ਸਭ ਕੁਝ ਬਣਿਆ ਹੈ, ਇੱਕਦਮ ਨਹੀਂ। ਲੇਕਿਨ ਜੇਕਰ ਅਸੀਂ ਤੁਰਾਂਗੇ ਤੇ ਮੰਜ਼ਿਲ ਦੇ ਉੱਤੇ ਜ਼ਰੂਰ ਪਹੁੰਚਾਂਗੇ, ਪਰ ਉਹਦੇ ਲਈ ਬੜਾ ਜ਼ਰੂਰੀ ਹੈ ਕਿ ਸਾਨੂੰ ਵਿਗਿਆਨੀਆਂ ਦਾ, ਖੇਤੀਬਾੜੀ ਯੂਨੀਵਰਸਿਟੀਆਂ ਦਾ ਔਰ ਰਿਸਰਚ ਇੰਸਟੀਚਿਊਟ ਹੈ, ਉਹਨਾਂ ਦਾ ਹੱਥ ਤੇ ਸਾਨੂੰ ਫੜਨਾ ਪਏਗਾ। ਪਰ ਬਿਰੜਵਾਲ ਸਾਹਿਬ ਦਾ ਇੱਕ ਗਿਲਾ ਵੀ ਹੈ ਸਰਕਾਰ ਪ੍ਰਤੀ ਕਿ ਸਰਕਾਰੀ ਵਿਭਾਗ, ਖੇਤੀਬਾੜੀ ਵਿਭਾਗ
ਬਹੁਤਾ ਕੁਝ ਇਹਨਾਂ ਵਾਸਤੇ ਨਹੀਂ ਕਰ ਰਿਹਾ। ਡਾਈਵਰਸੀਫਿਕੇਸ਼ਨ ਦਾ ਸਰਕਾਰ ਰੌਲਾ ਤਾਂ ਪਾਉਂਦੀ ਹੈ, ਪਰ ਡਾਈਵਰਸੀਫਿਕੇਸ਼ਨ ਨੂੰ ਅੱਗੇ ਮਾਰਕੀਟ ਦੇ ਵਿੱਚ ਲੈ ਕੇ ਜਾਣ ਵਾਸਤੇ ਸਰਕਾਰ ਦਾ ਕੋਈ ਬਹੁਤਾ ਵੱਡਾ ਰੋਲ ਨਹੀਂ ਹੈਗਾ, ਬਲਕਿ ਵੱਡਾ ਨਹੀਂ, ਰੋਲ ਹੈ ਹੀ ਨਹੀਂ। ਸਿਰਫ ਕਹਿੰਦੇ ਆ ਕਿ ਡਾਈਵਰਸੀਫਿਕੇਸ਼ਨ ਕੀਤੀ ਜਾਵੇ, ਮਾਰਕੀਟਿੰਗ ਕਿਵੇਂ ਕਰਨੀ ਆ ਇਹਦੇ ਬਾਰੇ ਕਿਤੇ ਵੀ ਕਿਸੇ ਕਿਸਮ ਦੀ ਕੋਈ ਟ੍ਰੇਨਿੰਗ ਨਹੀਂ, ਸਰਕਾਰ ਦਾ ਇਨਫਰਾਸਟ੍ਰਕਚਰ ਨਹੀਂ, ਕੋਈ ਰੂਲ ਨਹੀਂ ਹੈਗਾ। ਸੋ ਆਸ ਕਰਦੇ ਹਾਂ ਕਿ ਸਾਡੇ ਕੁਝ ਨਵੇਂ ਕਿਸਾਨ ਇਸ ਪਾਸੇ ਆ ਕੇ ਇਹਨਾਂ ਤੋਂ ਜਾਣਕਾਰੀ ਲੈ ਕੇ ਯੂਨੀਵਰਸਿਟੀਆਂ ਨਾਲ ਜੁੜ ਕੇ ਨਵੇਂ ਕੰਮ ਸ਼ੁਰੂ ਕਰ ਸਕਦੇ ਆ, ਤਾਂ ਕਿ ਅਸੀਂ ਰਵਾਇਤੀ ਜੋ ਖੇਤੀ ਹੈ ਸਾਡੀ ਕਣਕ ਤੇ ਝੋਨੇ ਦੀ, ਉਹਦੇ ਤੋਂ ਨਿਕਲ ਕੇ ਅਗਲੇ ਪਾਸੇ ਵੱਧ ਕੇ ਕੁਝ ਨਵਾਂ ਕੁਝ ਕਰ ਸਕੀਏ। ਸੋ ਅੱਜ ਦਾ ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੁੰਦਾ ਹੈ। ਅਮਰਜੀਤ ਵੜੈਚ ਨੂੰ ਦਿਓ ਇਜਾਜ਼ਤ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।